ਸੀ। ਪੂਲੇ ਪਿੰਡ ਤੋਂ ਗ੍ਰਿਫਤਾਰ ਕਰਕੇ ਪਹਿਲੀ ਰਾਤ ਥਾਣੇ ਵਿੱਚ ਪੜਾਣੇ ਰੱਖਿਆ ਤੇ ਉਸ ਤੋਂ ਅਗਲੇ ਦਿਨ ਲਾਹੌਰ ਲੈ ਗਏ ਸਨ। ਭਾਈ ਸਾਹਿਬ ਜੀ ਨੇ ਇਤਿਹਾਸ ਦੀਆਂ ਉਹ ਪਰਤਾਂ ਖੋਲੀਆਂ ਜਿਹੜੀਆਂ ਹੋਰ ਗ੍ਰੰਥਾਂ ਵਿੱਚ ਅਣਗੌਲੀਆਂ ਪਈਆਂ ਹਨ। ਆਮ ਸਿੱਖਾਂ ਨੂੰ ਇਹਦਾ ਪਤਾ ਨਹੀਂ ਹੈ, ਪਰ ਜੋ ਭਾਰਤ ਦੀ ਹਿਸਟਰੀ ਲਿਖਣ ਵਾਲੇ ਕੇਸੀ ਮਜੂਮਦਾਰ ਅਤੇ ਹੋਰ ਵਿਦਵਾਨ ਬੰਗਾਲ ਦੇ ਹੋਏ ਹਨ, ਉਹਨਾਂ ਨੇ ਗੱਲਾਂ ਲਿਖੀਆਂ ਹਨ ਕਿ ਦੌਲਤ ਖਾਨ ਲੋਧੀ ਜੋ ਗੁਰੂ ਨਾਨਕ ਸਾਹਿਬ ਦਾ ਸਿੱਖ ਸੀਗਾ, ਸਤਿਗੁਰਾਂ ਦਾ ਸੇਵਕ ਬਣ ਗਿਆ ਸੀ, ਉਹਦੇ ਪੁੱਤਰਾਂ ਨੂੰ ਇਬਰਾਹਿਮ ਲੋਧੀ ਜ਼ਾਲਮ ਬਾਦਸ਼ਾਹ ਨੇ ਕਤਲ ਕਰ ਦਿੱਤਾ ਤੇ ਬਾਬਰ ਨੂੰ ਲਿਆਂਦਾ ਸੀ। ਔਰ ਬਾਬਰ ਨੇ ਗੁਰੂ ਨਾਨਕ ਸਾਹਿਬ ਕੋਲੋਂ ਰਾਜ ਮੰਗਿਆ ਸੀ ਤੇ ਦਿਆਲੂ ਸਤਿਗੁਰੂ ਜੀ ਨੇ 7 ਪੁਸਤਾਂ ਦਾ ਰਾਜ ਦਾ ਵਰਦਾਨ ਦਿੱਤਾ ਸੀ। ਸੋ ਜਿਹੜਾ ਬਾਦਸ਼ਾਹ ਮੁਗਲ ਗੌਰ ਅਲੀ ਕਹਿ ਰਿਹਾ ਸੀ ਕਿ ਸਿੰਘਾਂ ਨੂੰ ਰਾਜ ਅਸੀਂ ਦਿੱਤਾ ਹੈ, ਸਾਡਾ ਦਿੱਤਾ ਰਾਜ ਕਰ ਰਹੇ ਨੇ, ਉਸ ਗੱਲ ਦਾ ਖੰਡਨ ਕੀਤਾ ਭਾਈ ਸਾਹਿਬ ਰਤਨ ਸਿੰਘ ਜੀ ਨੇ ਭਾਈ ਤਾਰੂ ਸਿੰਘ ਜੀ ਦੇ ਮੁਖ ਦੁਆਰਾ ਕਿ ਮੁਗਲਾਂ ਨੇ ਰਾਜ ਨਹੀਂ ਸਾਨੂੰ ਦਿੱਤਾ, ਬਲਕਿ ਮੁਗਲਾਂ ਨੂੰ ਰਾਜ ਸਾਡੇ ਸਤਿਗੁਰਾਂ ਨੇ ਦਿੱਤਾ ਹੈ। ਹੁਣ ਭਾਈ ਤਾਰੂ ਸਿੰਘ ਜੀ ਨੂੰ ਪੜਾਣੇ ਪਿੰਡ ਤੋਂ ਲਾਹੌਰ ਲਿਜਾ ਰਹੇ ਨੇ ਸਿਪਾਹੀ। ਉਹ ਕਥਾ ਸਰਵਣ ਕਰੀਏ, ਪਿਆਰ ਸਹਿਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਤਾਰੂ ਸਿੰਘ ਲੈ ਤੁਰੇ ਪ੍ਰਾਤ ਲਾਹੌਰੈ ਦਾਏ। ਭਾਈ ਸਾਹਿਬ ਤਾਰੂ ਸਿੰਘ ਜੀ ਨੂੰ ਸਿਪਾਹੀ ਲਾਹੌਰ ਵੱਲ ਲੈ ਤੁਰੇ ਹਨ ਸਵੇਰੇ ਹੀ। ਬੀਬੀ ਛੁਡਾਈ ਸਿੱਖਾਂ ਨੇ ਐਦੀਆਂ ਦਰਬ ਦਿਵਾਏ। ਕਿਉਂਕਿ ਭਾਈ ਤਾਰੂ ਸਿੰਘ ਦੀ ਭੈਣ ਬੀਬੀ ਤਾਰੋ ਵੀ ਗ੍ਰਿਫਤਾਰ ਕੀਤੀ ਹੋਈ ਸੀ ਨਾਲ। ਉਹਦੇ ਤੇ ਵੀ ਇਹ ਇਲਜ਼ਾਮ ਲਾਉਂਦੇ ਸਨ ਵੀ ਇਹ ਸਿੰਘਾਂ ਨੂੰ ਪ੍ਰਸ਼ਾਦੇ ਪਕਾ ਕੇ ਦਿੰਦੀ ਹੈ ਔਰ ਸਿੰਘ ਜੰਗਲਾਂ ਵਿੱਚ ਰਹਿੰਦੇ ਇਹਨਾਂ ਦੇ ਘਰੋਂ ਰੋਟੀ ਖਾਂਦੇ ਹਨ। ਬੀਬੀ ਜੀ ਨੂੰ ਤਾਂ ਪੜਾਣੇ ਦੀ ਸੰਗਤ ਨੇ ਮਾਇਆ ਦੇ ਕੇ ਸਿਪਾਹੀਆਂ ਨੂੰ ਛੁਡਾ ਲਿਆ ਤੇ ਬੀਬੀ ਜੀ ਘਰ ਆਪਣੇ ਪੂਲੇ ਪਿੰਡ ਚਲੇ ਗਏ। ਫਿਰ ਸਾਧ ਸੰਗਤ ਸਭ ਹੱਥ ਜੋੜੇ। ਫਿਰ ਸਾਰੀ ਸੰਗਤ ਨੇ ਬਾਬਾ ਜੀ ਤਾਰੂ ਸਿੰਘ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੱਥ ਜੋੜ ਕੇ। ਬੈ ਲਾਜ ਸਿੱਖੀ ਕੀ ਓੜੈ। ਕਹਿਣ ਲੱਗੇ ਮਹਾਰਾਜ ਕਿਰਪਾ ਕਰਨਗੇ, ਤੁਹਾਡੀ ਲਾਜ ਗੁਰੂ ਸਾਹਿਬ ਆਪ ਰੱਖਣਗੇ। ਆਪਣੇ ਸੇਵਕ ਹੀ ਆਪੇ ਰਾਖੈ, ਆਪੇ ਨਾਮ ਜਪਾਵੈ। ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏਗੀ, ਇਹ ਸੰਗਤ ਨੇ ਅਰਦਾਸ ਕੀਤੀ ਹੈ। ਸਿੱਖ ਸੰਗਤ ਯੋਂ ਕਰੈ ਅਰਦਾਸ। ਕਿਉਂਕਿ ਭਾਈ ਤਾਰੂ ਸਿੰਘ ਜੀ ਨੇ ਸੰਗਤ ਕੋਲ ਇੱਕੋ ਹੀ ਮੰਗ ਕੀਤੀ ਸੀ, ਸਾਧ ਸੰਗਤ ਜੀ ਮੇਰੇ ਵਾਸਤੇ ਅਰਦਾਸ ਕਰੋ ਕਿ ਜਦੋਂ ਮੈਨੂੰ ਤਸੀਹੇ ਦਿੱਤੇ ਜਾਣ ਮੇਰਾ ਮਨ ਡੋਲੇ ਨਾ, ਅਡੋਲ ਰਹਿ ਕੇ ਸਾਰੇ ਦੁੱਖਾਂ ਨੂੰ ਮੈਂ ਜਰ ਜਾਵਾਂ ਤੇ ਸਿੱਖੀ ਮੇਰੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਸਿੱਖੀ ਸਾਤ ਨਿਭਾਹੀ ਸਾਸ। ਤੇ ਸਤਿਗੁਰਾਂ ਦੇ ਚਰਨਾਂ 'ਚ ਸੰਗਤ ਨੇ ਅਰਦਾਸ ਕੀਤੀ ਕਿ ਮਹਾਰਾਜ ਭਾਈ ਤਾਰੂ ਸਿੰਘ ਜੀ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਹੀ ਨਿਭੇ। ਐਦੀ ਪਹੁੰਚੇ ਲਾਹੌਰ ਜਾਏ। ਇਸ ਤਰ੍ਹਾਂ ਪੜਾਣੇ ਪਿੰਡ ਦੇ ਥਾਣੇ ਤੋਂ ਸਵੇਰ ਦੇ ਤੁਰੇ ਹੋਏ ਸਿਪਾਹੀ ਭਾਈ ਸਾਹਿਬ ਤਾਰੂ ਸਿੰਘ ਜੀ ਨੂੰ ਲੈ ਕੇ ਸ਼ਾਮ ਤੱਕ ਲਾਹੌਰ ਪਹੁੰਚ ਗਏ। ਬੰਦੀ ਖਾਨੇ ਦਿਓ ਫੜਾਏ। ਲਾਹੌਰ ਦੀ ਜੇਲ੍ਹ ਵਿੱਚ ਬੰਦੀ ਖਾਨੇ ਵਿੱਚ ਭਾਈ ਸਾਹਿਬ ਤਾਰੂ ਸਿੰਘ ਜੀ ਨੂੰ ਨਜ਼ਰਬੰਦ ਕਰ ਦਿੱਤਾ, ਕੈਦ ਕਰ ਲਿਆ। ਕਈ ਦਿਵਸ ਹੋਏ ਫੜਿਓ ਰਹਿਓ। ਕਈ ਦਿਨ ਭਾਈ ਸਾਹਿਬ ਜੀ ਲਾਹੌਰ ਦੀ ਜੇਲ੍ਹ ਵਿੱਚ ਰਹੇ ਹਨ। ਸਾਧ ਸੰਗਤ ਆ ਦਰਸ਼ਨ ਕਰਿਓ। ਸੋ ਸਾਧ ਸੰਗਤ ਜੀ ਭਾਈ ਤਾਰੂ ਸਿੰਘ ਜੀ ਮਹਾਨ ਸੰਤ ਪੁਰਸ਼ ਸਨ। ਜਵਾਨੀ ਦੀ ਉਮਰਾਂ ਵਿੱਚ ਹੀ ਬੜੇ ਭਜਨੀਕ 26 ਸਾਲ ਦੀ ਉਮਰ 'ਚ ਆਪ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ। ਤੋ ਜਿਹੜੇ ਉਹਨਾਂ ਦੇ ਪਿਆਰੇ ਸਨ, ਉਹਨਾਂ ਦੇ ਦਰਸ਼ਨਾਂ ਨੂੰ ਲੋਚਦੇ ਸਨ, ਦਰਸ਼ਨ ਕਰਦੇ ਹਨ ਲਾਹੌਰ ਵਿੱਚ। ਜਿਮ ਜਿਮ ਸਿੰਘ ਕੋ ਤੁਰਕ ਸਤਾਵੈ। ਭਾਈ ਤਾਰੂ ਸਿੰਘ ਜੀ ਨੂੰ ਤੁਰਕਾਂ ਨੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਭੁੱਖਿਆਂ ਰੱਖਿਆ ਗਿਆ, ਉਨੀਂਦਰੇ ਰੱਖਿਆ ਗਿਆ ਔਰ ਬੜੇ ਭਾਰੀ ਕਸ਼ਟ ਦਿੱਤੇ ਗਏ। ਤਿਮ ਤਿਮ ਮੁਖ ਸਿੰਘ ਲਾਲੀ ਆਵੈ। ਜਿਉਂ ਜਿਉਂ ਤੁਰਕ ਜ਼ਕਰੀਆ ਖਾਨ ਜ਼ਾਲਮ ਹਕੂਮਤ ਦਾ ਮਾਲਕ ਖਾਨ ਬਹਾਦਰ ਜ਼ਕਰੀਆ ਖਾਨ ਭਾਈ ਤਾਰੂ ਸਿੰਘ ਨੂੰ ਤਸੀਹੇ ਦਿਵਾ ਰਿਹਾ ਸੀ,
ਤਿਉਂ ਤਿਉਂ ਹੀ ਭਾਈ ਤਾਰੂ ਸਿੰਘ ਦੇ ਚਿਹਰੇ ਤੇ ਲਾਲੀ ਆਈ ਜਾ ਰਹੀ ਸੀ। ਜਿਮਜੇ ਸਿੰਘ ਸਕਛ ਪੀਏ ਨਾ ਖਾਏ। ਔਰ ਇੰਨੇ ਦਿਨ ਹੋ ਗਏ ਸਨ, ਭਾਈ ਤਾਰੂ ਸਿੰਘ ਜੀ ਨਾ ਪ੍ਰਸ਼ਾਦਾ ਛਕਿਆ ਨਾ ਜਲ ਪਾਣੀ ਛਕਿਆ। ਤਿਮ ਤਿਮ ਸਿੰਘ ਸੰਤੋਖ ਹਵੈ ਆਏ। ਜਿਉਂ-ਜਿਉਂ ਸਿੰਘ ਜੀ ਦਿਨ ਬੀਤਦੇ ਜਾ ਰਹੇ ਸਨ, ਉਹਨਾਂ ਦੇ ਅੰਦਰ ਸੰਤੋਖ ਦ੍ਰਿੜ ਹੁੰਦਾ ਜਾ ਰਿਹਾ ਸੀ। ਕਿਉਂਕਿ ਸਾਧ ਸੰਗਤ ਜੀ ਆਪਾਂ ਸਾਰੇ ਹੀ ਭੁੱਖੇ ਆ, ਰੱਜਾਂਗੇ ਕਿਵੇਂ? ਮਹਾਰਾਜ ਕਹਿੰਦੇ ਬਿਨਾਂ ਸੰਤੋਖ ਨਹੀਂ ਕੋ ਰਾਜੈ। ਸੰਤੋਖ ਦੀ ਦਾਤ ਸਤਿਗੁਰੂ ਦੇਣ ਤਾਂ ਮਿਲਦੀ ਹੈ, ਆਪਣੇ ਯਤਨਾਂ ਨਾਲ ਨਹੀਂ ਮਿਲਦੀ। ਗੁਰੂ ਸਾਹਿਬ ਦੀ ਕਿਰਪਾ ਭਾਈ ਤਾਰੂ ਸਿੰਘ ਜੀ ਤੇ ਹੋਈ। ਸੰਗਤ ਦੀ ਅਰਦਾਸ ਦਰਗਾਹ 'ਚ ਥਾਂ ਪਈ। ਕਈ ਦਿਨ ਦੇ ਭੁੱਖੇ ਭਾਣੇ ਪਿਆਸੇ ਭਾਣਾ ਮੰਨਦੇ ਰਹੇ। ਤੁਰਕਾਂ ਨੇ ਬੜੇ ਤਸੀਹੇ ਦਿੱਤੇ। ਜੀਵਨ ਤੇ ਸਿੰਘ ਆਸ ਚੁਕਾਈ। ਭਾਈ ਤਾਰੂ ਸਿੰਘ ਜੀ ਨੇ ਜੀਵਨ ਦੀ ਆਸ ਚੁਕਾ ਦਿੱਤੀ। ਹੁਣ ਮੌਤ ਨੂੰ ਪ੍ਰਵਾਨ ਕਰ ਲਿਆ। ਮਰਨ ਕਰਿਓ ਸਿੰਘਨ ਪਰਵਾਨੇ, ਨਹਿ ਛੋੜੈ ਦੰਗੇ ਕੀ ਬਾਨੇ। ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਜੋ ਪੰਥ ਪ੍ਰਕਾਸ਼ 'ਚ ਬਚਨ ਆਏ ਨੇ, ਇਹ ਸਾਧ ਸੰਗਤ ਜੀ ਦੰਗਾ ਉਹ ਨਹੀਂ ਜਿਹੜਾ ਆਮ ਲੋਕ ਕਰਿਆ ਕਰਦੇ ਆ, ਰਾਹ ਜਾਂਦੇ ਕਿਸੇ ਦਾ ਸਿਰ ਪਾੜ ਦੇਣਾ, ਕਿਸੇ ਨਾਲ ਲੜ ਪੈਣਾ। ਇਹ ਧਰਮ ਯੁੱਧ ਵਾਸਤੇ ਹੈ। ਸੋ ਧਰਮ ਦੀ ਲੜਾਈ ਭਾਈ ਤਾਰੂ ਸਿੰਘ ਜੀ ਸ਼ਾਂਤਮਈ ਰਹਿ ਕੇ ਲੜ ਰਹੇ ਨੇ। ਬੜੇ ਬੜੇ ਭਾਰੀ ਤਸੀਹੇ ਦੇ ਰਿਹਾ ਹੈ ਜ਼ਕਰੀਆ ਖਾਨ। ਨੈ ਹੋ ਚਿੰਤ ਸੋ ਮਰਨੇ ਕਾਈ। ਮਰਨ ਦੀ ਚਿੰਤਾ ਤਿਆਗ ਦਿੱਤੀ ਹੈ। ਹੁਣ ਮਰਨਾ ਪ੍ਰਵਾਨ ਕਰ ਲਿਆ ਹੈ। ਮੌਤ ਦਾ ਡਰ ਖਤਮ ਹੋ ਗਿਆ ਭਾਈ ਤਾਰੂ ਸਿੰਘ ਜੀ ਦਾ। ਸਤ ਸੰਤੋਖ ਧੀਰ ਮਨ ਤਾਕੈ। ਜਿਹੜੇ ਸ਼ੁਭ ਗੁਣ ਹੁੰਦੇ ਨੇ, ਸਤ, ਸੰਤੋਖ, ਦਇਆ, ਧਰਮ, ਧੀਰਜ, ਉਹ ਭਾਈ ਸਾਹਿਬ ਦੇ ਮਨ 'ਚ ਦ੍ਰਿੜ ਹੁੰਦੇ ਜਾ ਰਹੇ ਨੇ, ਪੱਕੇ ਹੁੰਦੇ ਜਾ ਰਹੇ ਨੇ। ਇਹ ਅੰਦਰੂਨੀ ਗੱਲਾਂ ਹਨ। ਸਾਧ ਸੰਗਤ ਜੀ ਸਿੱਖੀ ਬਾਹਰ ਦੀ ਤਾਂ ਸਾਰੇ ਕਮਾ ਲੈਂਦੇ ਆ, ਅੰਦਰ ਦੀ ਸਿੱਖੀ ਸਿਦਕ ਦੀ, ਭਰੋਸੇ ਦੀ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦੀ ਹੈ। ਬਾਹਰੋਂ ਅਸੀਂ ਸਾਰੇ ਹੀ ਸਿੱਖ ਕਹਾਉਂਦੇ ਆ, ਪਰ ਜਦੋਂ ਕਸਵੱਟੀ ਲੱਗਦੀ ਹੈ ਉਦੋਂ ਪਤਾ ਲੱਗਦਾ ਅੰਦਰੋਂ ਕੌਣ ਸਿੱਖ ਹੈ। ਭਾਈ ਸਾਹਿਬ ਤਾਰੂ ਸਿੰਘ ਜੀ ਅੰਦਰੋਂ ਸਿੱਖ ਸਨ, ਪੱਕੇ ਸਿਦਕੀ। ਇੰਨੇ ਦੁੱਖਾਂ ਦੇ ਵਿੱਚ, ਇੰਨੇ ਕਸ਼ਟਾਂ ਦੇ ਵਿੱਚ ਉਹਨਾਂ ਦੀ ਬਿਰਤੀ ਚੜ੍ਹਦੀ ਕਲਾ ਵਿੱਚ ਜਾ ਰਹੀ ਸੀ। ਗੁਰ ਕਾ ਭਾਣਾ ਸਿਰ ਪਰ ਜਾ ਕੈ। ਸਤਿਗੁਰਾਂ ਦਾ ਭਾਣਾ ਮਿੱਠਾ ਕਰਕੇ ਮੰਨਣਾ ਹੈ। ਗੁਰੂ ਨਾਨਕ ਘਰ ਦੀ ਇਹੀ ਮਰਿਆਦਾ ਹੈ। ਹਉਮੈ ਤਜਨ ਨਾਮ ਲਿਵ ਲਾਵਣ, ਭਾਣਾ ਮੰਨਣ ਪੰਥ ਏ ਪਾਵਨ। ਆਪਣੀ ਹੰਗਤਾ ਛੱਡਣੀ, ਨਾਮ ਜਪਣਾ ਤੇ ਭਾਣਾ ਮੰਨਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਵਿੱਚ ਹੀ ਬਚਨ ਕਹਿ ਦਿੱਤੇ ਨੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਵਾਹਿਗੁਰੂ ਦੀ ਪ੍ਰਾਪਤੀ ਦਾ ਇਹੀ ਸਾਧਨ ਹੈ। ਸਿੱਧਾ ਨੇ ਪੁੱਛਿਆ ਕਿ ਸਚਿਆਰਾ ਹੋਈ ਹੈ। ਹੇ ਗਰੀਬ ਨਵਾਜ਼ ਜੀ, ਸਚਿਆਰ ਕਿਵੇਂ ਬਣੀਦਾ ਹੈ? ਕੂੜ ਦੀ ਕੰਧ ਕਿਵੇਂ ਢਹਿੰਦੀ ਹੈ ਕਿ ਕੂੜਾ ਟੁੱਟਾ ਪਾਲ। ਮਹਾਰਾਜ ਕਹਿੰਦੇ ਹੁਕਮ ਰਜਾਈ ਚੱਲਣਾ, ਪਰਮੇਸ਼ਰ ਦੇ ਭਾਣੇ ਵਿੱਚ, ਉਹਦੀ ਰਜਾ ਵਿੱਚ ਰਾਜੀ ਰਹਿਣਾ। ਜੋ ਹੁਕਮ ਮੱਥੇ ਤੇ ਪਹਿਲਾਂ ਹੀ ਲਿਖਿਆ ਹੋਇਆ ਉਹਨੇ ਵਰਤ ਤਾਂ ਜਾਣਾ ਹੀ ਹੈ। ਨਾਨਕ ਲਿਖਿਆ ਨਾਲ। ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ। ਜੋ ਕਿਸੇ ਦੇ ਮੱਥੇ ਤੇ ਲਿਖਿਆ ਨਾ, ਲੱਖਾਂ ਯਤਨ ਕਰ ਲਏ ਉਹ ਟਲਣਾ ਕੋਈ ਨਹੀਂ। ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਹੋਣਾ ਤਾਂ ਉਹੀ ਜੋ ਅਕਾਲ ਪੁਰਖ ਨੇ ਲਿਖਿਆ ਹੋਇਆ ਪਹਿਲਾਂ ਹੀ। ਤੇ ਜਿਹੜਾ ਗੁਰਸਿੱਖ ਹੈ ਉਹਨੂੰ ਮੰਨ ਲੈਂਦਾ, ਪ੍ਰਵਾਨ ਕਰ ਲੈਂਦਾ ਵੀ ਜੋ ਕੁਦਰਤ ਨੇ, ਪਰਮੇਸ਼ਰ ਨੇ ਮੇਰੇ ਵਾਸਤੇ ਬਣਾਇਆ ਉਹ ਮੈਨੂੰ ਪ੍ਰਵਾਨ ਹੈ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਹਾਂਜੀ। ਜਿਸ ਕੈ ਮਨ ਮੈਂ ਭੈ ਗੁਰੂ, ਤਿਸ ਪੈ ਜਮ ਕਾ ਨਾਹੀ। ਆਹਾ, ਭਾਈ ਰਤਨ ਸਿੰਘ ਜੀ ਕਹਿੰਦੇ ਜਿਸ ਕੇ ਮਨ ਮੈਂ ਭੈ ਗੁਰੂ। ਜਿਹਦੇ ਮਨ ਵਿੱਚ ਗੁਰੂ ਦਾ ਭੈ ਹੈ, ਤਿੰਨ ਕੋ ਜਮ ਭਉ ਨਾ ਹੈ। ਜਮਾਂ ਦਾ ਡਰ ਨਹੀਂ ਹੈ। ਫਿਰ ਜਿਵੇਂ ਸਤਿਗੁਰਾਂ ਦੇ ਬਚਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਜਿਨ੍ਹਾਂ ਭਉ ਤਿਨ ਨਾਏ ਭਉ। ਜਿਨ੍ਹਾਂ ਨੂੰ ਵਾਹਿਗੁਰੂ ਦਾ ਭਉ ਹੈ, ਤਿਨਾਂ ਨੂੰ ਜਮਾਂ ਦਾ ਜਾਂ ਹੋਰ ਕਿਸੇ ਦਾ ਵੀ ਡਰ ਨਹੀਂ ਹੈ। ਕਿਸੇ ਦਾ ਵੀ ਡਰ ਨਹੀਂ ਹੈ। ਜਮਦੂਤ ਤਾਂ ਉਹਨਾਂ ਤੋਂ ਭੈ ਖਾਂਦੇ ਆ, ਡਰਦੇ ਆ, ਹੱਥ ਜੋੜ ਕੇ ਖਲੋਤੇ ਰਹਿੰਦੇ ਆ। ਨਾ ਹੋਣਾ ਤੂੰ ਨਾ ਛੁਟੈ, ਨਿਕਟ ਨਾ ਜਾਈਓ ਦੂਤ। ਧਰਮਰਾਜ ਨੇ ਵੀ ਕਿਹਾ ਹੋਇਆ ਕਿ ਨਾਮ ਜਪਣ ਵਾਲਿਆਂ ਦੇ ਨੇੜੇ ਨਹੀਂ ਫੜਕਣਾ, ਉਹਨਾਂ ਵੱਲ ਨਹੀਂ ਨਿਗਾਹ ਕਰਨੀ, ਉਹਨਾਂ ਵੱਲ ਨਹੀਂ ਝਾਕਣਾ। ਜਮ ਡਰਦੇ ਆ ਉਹਨਾਂ ਤੋਂ, ਮੌਤ ਡਰਦੀ ਹੈ ਉਹਨਾਂ ਤੋਂ, ਕਾਲ ਡਰਦਾ ਉਹਨਾਂ ਤੋਂ। ਜਿਹੜੇ ਅਕਾਲ ਪੁਰਖ ਸਤਿਗੁਰੂ ਨਾਨਕ ਸਾਹਿਬ ਤੋਂ ਡਰਦੇ ਹਨ।
ਜਿਨ੍ਹਾਂ ਭਉ ਤਿਨ ਨਾਹੇ ਭਉ, ਜਿਨ੍ਹਾਂ ਨੂੰ ਗੁਰੂ ਦਾ ਭਉ ਹੈ ਉਹਨਾਂ ਨੂੰ ਕਿਸੇ ਦਾ ਭਉ ਨਹੀਂ। ਮੁੱਚ ਭਉ ਨੇ ਭਵਿਆ ਹਾਂ, ਜਿਹੜੇ ਗੁਰੂ ਤੋਂ ਨਹੀਂ ਡਰਦੇ ਉਹਨਾਂ ਨੂੰ ਬੰਦੇ ਬੰਦੇ ਤੋਂ ਡਰਨਾ ਪੈਂਦਾ, ਹਰ ਇੱਕ ਤੋਂ ਡਰਨਾ ਪੈਂਦਾ। ਸੋ ਭਾਈ ਤਾਰੂ ਸਿੰਘ ਗੁਰੂ ਤੋਂ ਡਰਨ ਵਾਲੇ ਸਨ, ਇਸ ਕਰਕੇ ਦੁਨੀਆ ਦਾ ਤੇ ਮੌਤ ਦਾ ਤੇ ਕਾਲ ਦਾ ਡਰ ਦੂਰ ਹੋ ਚੁੱਕਾ ਸੀ। ਜਿਸਕੇ ਹੱਥ ਮਸਾਲ ਹੈ ਕੀ ਕਰੂਗ ਅੰਧੇਰੋ ਤਾਹੇ। ਜਿਹਦੇ ਹੱਥ ਵਿੱਚ ਮਸਾਲ ਹੋਵੇ ਹਨੇਰਾ ਉਹਦਾ ਕੀ ਕਰ ਸਕਦਾ। ਜਿਹਦੇ ਕੋਲ ਸੂਰਜ ਹੋਵੇ ਉਹਦੇ ਨੇੜੇ ਹਨੇਰਾ ਆ ਹੀ ਨਹੀਂ ਸਕਦਾ। ਕਹਿੰਦੇ ਸੂਰਜ ਦੇ ਨੇੜੇ ਹਨੇਰਾ ਆ ਸਕਦਾ? ਕਦੀ ਵੀ ਨਹੀਂ। ਲੱਖਾਂ ਕਰੋੜਾਂ ਸਾਲ ਹੋ ਗਏ ਨੇ, ਕਦੀ ਸੂਰਜ ਦੇ ਸਾਹਮਣੇ ਹਨੇਰਾ ਨਹੀਂ ਆਇਆ। ਇਸੇ ਤਰ੍ਹਾਂ ਹੀ ਜਿਹੜਾ ਪਰਮੇਸ਼ਰ ਦੇ ਪ੍ਰਕਾਸ਼ ਵਿੱਚ ਚਲਾ ਗਿਆ, ਬ੍ਰਹਮ ਗਿਆਨ ਵਿੱਚ ਚਲਾ ਗਿਆ, ਉਹਦੇ ਨੇੜੇ ਸੰਸਾਰ ਦਾ, ਮਾਇਆ ਦਾ, ਅਵਿਦਿਆ ਦਾ ਡਰ ਨਹੀਂ ਰਹਿੰਦਾ। ਸੁਨੋ ਸਾਖੀ ਅਬ ਦੂਸਰੀ ਮਹਿਤਾਬ ਸਿੰਘ ਕੀ ਜੋਏ। ਇਹਨਾਂ ਦਿਨਾਂ ਵਿੱਚ ਇੱਕ ਹੋਰ ਘਟਨਾ ਵਾਪਰੀ। ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਤੋਂ ਪਹਿਲਾਂ ਇੱਕ ਹੋਰ ਮਹਾਨ ਸ਼ਹੀਦੀ ਹੋਈ ਹੈ। ਇਹ ਗੱਲ ਆਮ ਤੌਰ ਤੇ ਤੁਸੀਂ ਰਾਗੀ ਸਿੰਘਾਂ, ਢਾਡੀ ਸਿੰਘਾਂ ਤੋਂ ਨਹੀਂ ਸੁਣੀ ਹੋਣੀ, ਕਿਉਂਕਿ ਜਦੋਂ ਭਾਈ ਤਾਰੂ ਸਿੰਘ ਦਾ ਪ੍ਰਸੰਗ ਸੁਣਾਉਂਦੇ ਆ, ਇਕੱਲੇ ਭਾਈ ਤਾਰੂ ਸਿੰਘ ਦਾ ਹੀ ਸੁਣਾਉਂਦੇ ਆ। ਮਹਿਤਾਬ ਸਿੰਘ ਦੀ ਸ਼ਹੀਦੀ ਦਾ ਪ੍ਰਸੰਗ ਬਹੁਤ ਘੱਟ ਜਗ੍ਹਾ ਤੇ ਸੁਣਿਆ ਹੋਣਾ, ਪਰ ਭਾਈ ਸਾਹਿਬ ਪੰਥ ਪ੍ਰਕਾਸ਼ ਦੇ ਲਿਖਾਰੀ ਭਾਈ ਰਤਨ ਸਿੰਘ ਜੀ ਲਿਖ ਰਹੇ ਆ, ਉਹਨਾਂ ਦਿਨਾਂ ਵਿੱਚ ਇਹਨਾਂ ਦੀ ਵੀ ਸ਼ਹੀਦੀ ਹੋਈ ਸੀ। ਮਹਿਤਾਬ ਸਿੰਘ ਦੀ ਸਾਖੀ ਭਾਈ ਤਾਰੂ ਸਿੰਘ ਦੇ ਨਾਲ ਸੰਬੰਧਿਤ ਹੈ। ਉਹਨਾਂ ਦੀ ਸ਼ਹੀਦੀ ਇਕੱਠੀ ਕਿਵੇਂ ਹੋਈ ਹੈ ਸੁਣੋ ਜਰਾ। ਲੈਣ ਗਏ ਹਰ ਭਗਤ ਜੰਡਿਆਲੇ ਵਾਲੋਂ ਸੋਈ। ਕਿਉਂਕਿ ਜਦੋਂ ਜ਼ਕਰੀਆ ਖਾਨ ਨੇ ਮੀਟਿੰਗ ਸੱਦੀ ਸੀ ਪੰਜਾਬ ਦੇ ਚੌਧਰੀਆਂ ਦੀ, ਉਹਨਾਂ ਨੂੰ ਬੜੀ ਤਾੜਨਾ ਕੀਤੀ ਸੀ ਵੀ ਤੁਸੀਂ ਤਾਂ ਸਰਕਾਰ ਤੋਂ ਲੱਖਾਂ ਰੁਪਈਆ ਲੈ ਕੇ ਖਾਈ ਜਾਂਦੇ ਵੀ ਅਸੀਂ ਸਿੰਘਾਂ ਨੂੰ ਖਤਮ ਕਰਾਂਗੇ, ਤੇ ਸਿੰਘ ਖਤਮ ਕਿਉਂ ਨਹੀਂ ਹੁੰਦੇ? ਕਿੱਥੇ ਹਨ ਸਿੰਘ? ਕਿਹੜੇ ਕਿਹੜੇ ਸਿੰਘ ਹਨ? ਤੇ ਭਗਤ ਨਿਰੰਜਨੀਏ ਨੇ ਕਹਿ ਦਿੱਤਾ ਸੀ ਵੀ ਸਿੰਘ ਤਾਂ ਕਈ ਹਨ, ਮੇਰੀ ਨਿਗਾਹ ਵਿੱਚ ਦੋ ਸਿੰਘ ਬਹੁਤੇ ਸਰਗਰਮ ਹਨ। ਇੱਕ ਤਾਂ ਜੁਝਾਰੂ ਸਿੰਘ ਹੈ ਬੜਾ, ਭਾਈ ਮਹਿਤਾਬ ਸਿੰਘ, ਉਹਦੇ ਨਾਲ 25 30 50 ਸਿੰਘਾਂ ਦਾ ਜਥਾ ਰਹਿੰਦਾ ਹੈ। ਮਾਰ ਖੋਰੇ ਹਨ, ਬੜੇ ਲੜਾਕੇ ਹਨ। ਔਰ ਇਹ ਮਹਿਤਾਬ ਸਿੰਘ ਉਹੀ ਹੈ ਜਿਹਨੇ 6 ਸਾਲ ਪਹਿਲਾਂ ਮੱਸੇ ਦਾ ਕਤਲ ਕੀਤਾ ਹੈ। ਅਜੇ ਤੱਕ ਫੜਿਆ ਨਹੀਂ ਗਿਆ। ਉਹ ਕਹਿਣ ਲੱਗਾ ਜੀ ਨਹੀਂ ਫੜਿਆ ਗਿਆ, ਅਜੇ ਤਾਈਂ ਸਾਡੇ ਕਾਬੂ ਨਹੀਂ ਆਇਆ। ਜ਼ਕਰੀਆ ਖਾਂ ਕਹਿੰਦਾ ਵੀ ਹਰ ਹਾਲਤ ਵਿੱਚ ਮੈਨੂੰ ਮਹਿਤਾਬ ਸਿੰਘ ਚਾਹੀਦਾ ਜਿਉਂਦਾ, ਫੜ ਕੇ ਲਿਆਓ। ਤੇ ਦੂਸਰਾ ਕੌਣ ਹੈ? ਉਹ ਕਹਿੰਦੇ ਪੂਲੇ ਪਿੰਡ 'ਚ ਇੱਕ ਤਾਰੂ ਸਿੰਘ ਹੈ ਜਿਹੜਾ ਸਿੱਖਾਂ ਨੂੰ ਰੋਟੀ ਪ੍ਰਸ਼ਾਦਾ ਪਹੁੰਚਾਉਂਦਾ ਹੈ, ਉਹ ਵੀ ਮਦਦਗਾਰ ਹੈ। ਕਹਿੰਦੇ ਉਹਨੂੰ ਵੀ ਫੜ ਕੇ ਲਿਆਓ। ਸੋ ਖਾਲਸਾ ਜੀ, ਮਹਿਤਾਬ ਸਿੰਘ ਨੂੰ ਫੜਨ ਵਾਸਤੇ ਜੰਡਿਆਲੇ ਵਾਲੇ ਦੀ ਡਿਊਟੀ ਲੱਗੀ ਹੋਈ ਸੀ। ਬਹੁਤ ਫੌਜ ਉਸ ਮੁਗਲੋਂ ਦਈ। ਜ਼ਕਰੀਆ ਖਾਨ ਨੇ ਮੁਗਲਾਂ ਦੀ ਸਿਪਾਹੀਆਂ ਦੀ ਫੌਜ ਬਹੁਤ ਸਾਰੀ ਦਿੱਤੀ ਭਗਤ ਨਿਰੰਜਨੀਏ ਨੂੰ। ਮਹਿਤਾਬ ਸਿੰਘ ਕੋ ਪਕੜਨ ਗਈ। ਇਹ ਫੌਜ ਸ਼ਹੀਦ ਭਾਈ ਮਹਿਤਾਬ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਚੜ ਪਈ। ਸੌ ਰਹਿ ਬੋ ਸਿੰਘਨ ਸਾਥ। ਕਿਉਂਕਿ ਮਹਿਤਾਬ ਸਿੰਘ ਕੱਲਾ ਨਹੀਂ ਸੀ ਰਹਿੰਦਾ, ਉਹਦੇ ਨਾਲ ਸਿੰਘਾਂ ਦਾ ਇੱਕ ਤਿਆਰ ਬਰ ਤਿਆਰ ਜੁਝਾਰੂ ਸਿੰਘਾਂ ਦਾ ਜਥਾ ਘੋੜਸਵਾਰਾਂ ਦਾ ਰਹਿੰਦਾ ਸੀ। ਜਨ ਥੋੜਨ ਬੋ ਆਵੇ ਨਾ ਹਾਥ। ਉਹਦਾ 25 30 50 ਸਿੰਘ ਹਰ ਵੇਲੇ ਤਿਆਰ ਬਰ ਤਿਆਰ ਕਮਰ ਕਸੇ ਲੱਗੇ ਰਹਿੰਦੇ ਸਨ, ਤੇ ਉਹਨਾਂ ਤੋਂ ਮੌਤ ਵੀ ਡਰਦੀ ਸੀ। ਜੁਝਾਰੂ ਸਿੰਘ ਸਨ, ਸੂਰਮੇ ਸਨ, ਜਿਨ੍ਹਾਂ ਨੇ ਤਲੀ ਤੇ ਜਾਨ ਧਰੀ ਹੋਵੇ ਉਹਨਾਂ ਦੇ ਨੇੜੇ ਕੋਈ ਨਹੀਂ ਜਾਂਦਾ ਹੁੰਦਾ। ਫੌਜ ਵਾਲੇ ਬਲਾ ਕਰਦੇ ਸਨ ਵੀ ਉਹ ਕਿਤੇ ਹੋਰ ਲੰਘ ਜਾਣ ਤੇ ਸਾਡਾ ਰਾਹ ਉਹ ਟਾਲ ਜਾਂਦੇ ਸਨ। ਹਾਂਜੀ, ਮਹਿਤਾਬ ਸਿੰਘ ਹੈ ਸੂਰੋਪੂਰ। ਭਾਈ ਮਹਿਤਾਬ ਸਿੰਘ ਬੜਾ ਸੂਰਬੀਰ ਯੋਧਾ ਲੜਾਕਾ ਸਿੰਘ ਸੀ, ਜਿਹਨੇ ਮੱਸੇ ਦਾ ਸਿਰ ਵੱਢਿਆ ਆ ਕੇ ਬੀਕਾਨੇਰ ਤੋਂ। ਛੋਟੀ ਮੋਟੀ ਹਸਤੀ ਥੋੜਾ ਸੀ, ਉਹ ਬੜਾ ਲੜਾਕਾ ਸੂਰਮਾ ਯੋਧਾ ਜੁਝਾਰੂ ਸਿੰਘ ਸੀ। ਨਾਮ ਸੁਣਤ ਹੋਏ ਦੁਸ਼ਮਨ ਦੂਰ। ਮਹਿਤਾਬ ਸਿੰਘ ਦਾ ਨਾਂ ਸੁਣ ਕੇ ਦੁਸ਼ਮਣ ਨੂੰ ਗਸ਼ੀ ਪੈ ਜਾਂਦੀ ਸੀ। ਉਹ ਰਾਹ ਬਦਲ ਕੇ ਲੰਘ ਜਾਂਦੇ ਸਨ। ਕਹਿੰਦੇ ਵੀ ਜਿੱਧਰੋਂ ਮਹਿਤਾਬ ਸਿੰਘ ਆਉਂਦਾ ਉਧਰੋਂ ਨਹੀਂ ਜਾਣਾ, ਰਾਹ ਬਦਲ ਜਾਂਦੇ ਸਨ। ਨਾਮ ਲੈ ਉਸ ਬੰਦੇ ਹਥਿਆਰ। ਹਾਂਜੀ, ਨਾਮ ਲੈ ਉਸ ਬੰਦੇ ਹਥਿਆਰ। ਉਹਦਾ ਨਾਂ ਲੈ ਕੇ
ਕਹਿੰਦੇ ਜਿਹੜਾ ਸ਼ਸਤਰ ਧਾਰਨ ਕਰ ਲਵੇ ਮਰਨ ਲਰਨ ਕੋ ਰਹਿ ਤਿਆਰ। ਉਹ ਵੀ ਤਿਆਰ ਬਰ ਤਿਆਰ ਹੋ ਜਾਂਦਾ ਸੀ। ਯਾਨੀ ਮਤਾਬ ਸਿੰਘ ਦਾ ਹੌਸਲਾ ਇੰਨਾ ਸੀ ਉਹਦਾ ਸਿੰਘਾਂ ਨੂੰ, ਦੂਸਰਿਆਂ ਨੂੰ, ਵੀ ਜੇ ਉਹਨਾਂ ਨੂੰ ਪਤਾ ਲੱਗਦਾ ਸੀ ਵੀ ਜਥੇਦਾਰ ਮਤਾਬ ਸਿੰਘ ਸਾਡੇ ਨਾਲ ਹੈ ਤੇ ਮਾੜੇ ਦਿਲ ਵਾਲੇ ਦਾ ਵੀ ਦਿਲ ਹੋ ਜਾਂਦਾ ਸੀ ਵੀ ਕੋਈ ਗੱਲ ਨਹੀਂ, ਜੇ ਜਥੇਦਾਰ ਹੋਰੀ ਨਾਲ ਨੇ ਫਿਰ ਆਪਾਂ ਨਹੀਂ ਮਾਰ ਖਾਂਦੇ। ਐਡਾ ਉਹਨਾਂ ਦਾ ਹੌਸਲਾ ਸੀ ਪੰਥ ਵਿੱਚ। ਜਿੱਦ ਹਲਕਾਰਨ ਦਇਓ ਬਤਾਏ। ਜਿੱਧਰ ਭਾਈ ਸਾਹਿਬ ਭਾਈ ਮਤਾਬ ਸਿੰਘ ਦਾ ਜਥਾ ਸੀ ਜੰਗਲ ਦੇ ਵਿੱਚ, ਮਾਝੇ ਦੇ ਵਿੱਚ, ਸ੍ਰੀ ਅੰਮ੍ਰਿਤਸਰ ਦੇ ਇਲਾਕੇ ਉਦੋਂ ਜੰਗਲ ਜ਼ਿਆਦਾ ਹੁੰਦੇ ਸਨ ਤੇ ਉਹਨਾਂ ਜੰਗਲਾਂ ਵਿੱਚ ਸਿੰਘ ਦਿਨ ਕੱਟ ਲਿਆ ਕਰਦੇ ਸਨ ਤੇ ਹਲਕਾਰਿਆਂ ਦੀ ਫੌਜ ਚੜੀ। ਹੁਣ ਆਰਡਰ ਸਖਤ ਸੀਗਾ ਵੀ ਫੜ ਕੇ ਲਿਆਉਣਾ ਹੀ ਲਿਆਉਣਾ। ਪਹਿਲਾਂ ਤਾਂ ਟਾਲਾ ਕਰ ਜਾਂਦੇ ਸੀ, ਪਰ ਜਦੋਂ ਆਰਡਰ ਹੋਵੇ ਉੱਪਰੋਂ ਫਿਰ ਉਹ ਮੰਨਣਾ ਪੈਂਦਾ। ਤੋ ਹਰਭਗਤ ਨਿਰੰਜਨੀਏ ਦੇ ਨਾਲ ਤੁਰਕਾਂ ਦੀ ਫੌਜ ਦਾ ਇੱਕ ਜਥਾ ਭਾਈ ਸਾਹਿਬ ਮਤਾਬ ਸਿੰਘ ਨੂੰ ਲੱਭਦੇ ਫਿਰਦੇ ਹਨ। ਚੜਿਓ ਨਿਰੰਜਨੀ ਤਾਹੀ ਕੋ ਤਾਏ। ਹਰਭਗਤ ਨਿਰੰਜਨੀਆ ਜੰਡਿਆਲੇ ਵਾਲਾ ਇਹ ਵੱਡਾ ਮੁਖਬਰ ਸੀ, ਖਾਲਸੇ ਦਾ ਵੈਰੀ ਸੀ ਉਸ ਵੇਲੇ, ਸਰਕਾਰੀ ਟੌਟ ਸੀਗਾ। ਇਹ ਲੱਭਦਾ ਲੱਭਦਾ ਭਾਈ ਸਾਹਿਬ ਜੀ ਭਾਈ ਮਤਾਬ ਸਿੰਘ ਜੀ ਦੇ ਪਿੱਛੇ ਪਿਆ ਹੋਇਆ ਹੈ। ਸਿੰਘ ਰਹਿ ਲੁਕ ਬੇਲਨ ਮਾਹੀ। ਉਹ ਸਮਾਂ ਸੀ ਸਿੰਘ ਜੰਗਲਾਂ 'ਚ ਰਹਿੰਦੇ ਸੀਗੇ, ਬੇਲਾਂ ਵਿੱਚ। ਫੌਜ ਵਰਤ ਚਿਤ ਆਏ ਸੰਕਾਹੀ। ਤੇ ਫੌਜ ਜੰਗਲ 'ਚ ਵੜਦੀ ਡਰਦੀ ਸੀ, ਸੰਗਦੀ ਸੀ, ਪਤਾ ਨਹੀਂ ਅੰਦਰ ਜੰਗਲ ਦੇ ਸਿੰਘ ਕਿਧਰੋਂ ਪੈ ਜਾਣ, ਕਿਵੇਂ ਪੈ ਜਾਣ। ਜੰਗਲ ਦਾ ਭੇਤ ਨਹੀਂ ਸੀ ਫੌਜ ਨੂੰ। ਮਾਰੇ ਸਿੰਘਨ ਜੋ ਆਵੇਂ ਹਾਥ। ਜੇ ਕੋਈ ਕੱਲਾ ਦੁਕੱਲਾ ਸਿੰਘ ਹੱਥ ਆ ਜਾਂਦਾ ਸੀ ਫੌਜ ਸਿੰਘਾਂ ਨੂੰ ਮਾਰ ਦਿੰਦੀ ਸੀ। ਜੇ ਕਿਤੇ ਸਿੰਘਾਂ ਦਾ ਦਾ ਲੱਗਦਾ ਸੀ ਸਿੰਘ ਹੱਥ ਹੌਲਾ ਕਰ ਜਾਂਦੇ ਸੀ। ਏਦਾਂ ਕੰਮ ਚੱਲਦਾ ਸੀ। ਹਾਂਜੀ, ਮਾਰੇ ਸਿੰਘਨ ਲੈਬੋ ਸਾਥ। ਜਦੋਂ ਸਿੰਘ ਆਉਂਦੇ ਸੀ ਉਹ ਵੈਰੀ ਦੀ ਫੌਜ ਦੇ ਵਿੱਚ ਕੱਟ ਵੱਢ ਕਰਕੇ ਨਿਕਲ ਜਾਂਦੇ ਸੀ। ਜੇ ਸਿੰਘ ਥੋੜੇ ਹੁੰਦੇ ਸੀ ਕਦੀ ਤੁਰਕਾਂ ਦਾ ਜ਼ੋਰ ਪੈ ਜਾਂਦਾ ਸੀ, ਸਿੰਘ ਮਾਰੇ ਜਾਂਦੇ ਸੀ। ਏਦਾਂ ਦਾ ਕੰਮ ਚੱਲਦਾ ਸੀ ਉਹਨਾਂ ਦਿਨਾਂ ਵਿੱਚ। ਹੁਣੇ ਢੁੰਡਤ ਦਿਨ ਕਈ ਬਤਾਇਓ। ਸਾਧ ਸਿੰਘ ਜੀ ਕਈ ਦਿਨ ਭਾਈ ਮਤਾਬ ਸਿੰਘ ਦੀ ਭਾਲ ਹੁੰਦੀ ਰਹੀ, ਢੂੰਡ ਹੁੰਦੀ ਰਹੀ। ਮਤਾਬ ਸਿੰਘ ਤਬ ਇਉਂ ਸੁਣ ਪਾਇਓ। ਉਹਨਾਂ ਦਿਨਾਂ ਵਿੱਚ ਹੀ ਭਾਈ ਮਤਾਬ ਸਿੰਘ ਨੂੰ ਪਤਾ ਲੱਗਾ ਤਾਰੂ ਸਿੰਘ ਜੀ ਤੁਰ ਗਇਓ ਐਦੀਨ ਸਾਤ ਲਾਹੌਰ। ਕਿ ਭਾਈ ਤਾਰੂ ਸਿੰਘ ਜੀ ਨੂੰ ਐਦੀਏ ਫੜ ਕੇ ਲਾਹੌਰ ਲੈ ਗਏ ਨੇ। ਇਹ ਖਬਰ ਹੌਲੇ ਹੌਲੇ ਸਿੰਘਾਂ 'ਚ ਪਹੁੰਚ ਜਾਂਦੀ ਸੀ। ਪਿੰਡਾਂ 'ਚੋਂ ਗਾਂ ਦੀ ਗਾਂ ਸਿੰਘਾਂ ਦੇ ਆਪਣੇ ਹੀ ਸੂਈਏ ਹੁੰਦੇ ਸਨ। ਜਿਵੇਂ ਸਰਕਾਰੀ ਫੌਜ ਦੇ ਸੂਈਏ ਹੁੰਦੇ ਸੀ, ਸਿੰਘਾਂ ਦੇ ਵੀ ਸੂਈਏ ਹੁੰਦੇ ਸਨ। ਉਹ ਖਬਰ ਲੈ ਆਉਂਦੇ ਸੀ ਜੰਗਲਾਂ ਵਿੱਚ। ਭਾਈ ਮਤਾਬ ਸਿੰਘ ਨੂੰ ਪਤਾ ਲੱਗਾ ਕਿ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਐਦੀਏ ਫੜ ਕੇ ਲੈ ਗਏ ਨੇ ਲਾਹੌਰ। ਸੀਸ ਲਗਾਵਨ ਤੁਰਕ ਸਿਰ ਦੰਗਾ ਮਚਾਵਨ ਰੋਰ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਤੁਰਕਾਂ ਦੇ ਸਿਰ ਆਪਣੇ ਸੀਸ ਦਾ ਠੀਕਰਾ ਭੰਨਣ ਗਏ ਹਨ, ਭਾਵ ਸ਼ਹੀਦੀ ਪਾਣ ਗਏ ਹਨ ਤਾਰੂ ਸਿੰਘ ਜੀ। ਉਹਨਾਂ ਤੋਂ ਬਾਅਦ ਖਾਲਸੇ ਵਿੱਚ ਇੱਕ ਨਵਾਂ ਉਬਾਲਾ ਆਵੇਗਾ। ਉਹਨਾਂ ਦੀ ਸ਼ਹੀਦੀ ਇੱਕ ਕ੍ਰਾਂਤੀ ਲੈ ਕੇ ਆਵੇਗੀ ਔਰ ਜ਼ਾਲਮਾਂ ਦਾ ਰਾਜ ਖਤਮ ਹੋਵੇਗਾ। ਲਾਹੌਰ ਜੈ ਸਿਰ ਚੜਗ ਨਵਾਬ। ਭਾਈ ਤਾਰੂ ਸਿੰਘ ਜੀ ਲਾਹੌਰ ਜਾ ਕੇ ਨਵਾਬ ਜ਼ਕਰੀਏ ਦੇ ਸਿਰ ਤੇ ਆਪਣੇ ਸੀਸ ਦਾ ਠੀਕਰਾ ਭੰਨਣਗੇ, ਭਾਵ ਸ਼ਹੀਦੀ ਪਾਣਗੇ। ਲੈ ਜਾਏ ਦਰਗਾਹੇ ਉਨ ਕਰੂੰ ਖਰਾਬ। ਔਰ ਭਾਈ ਤਾਰੂ ਸਿੰਘ ਜੈਸੇ ਸੰਤ ਪੁਰਸ਼ ਮਹਾਪੁਰਸ਼ ਬੰਦਗੀ ਵਾਲੇ ਜਦੋਂ ਸ਼ਹੀਦ ਹੋਣਗੇ ਤਾਂ ਉਹਦਾ ਪਾਪ ਜ਼ਕਰੀਏ ਨੂੰ ਨਰਕਾਂ 'ਚ ਲੈ ਜਾਏਗਾ। ਕੇਸਨ ਸੋ ਕਰੂੰਗਾ ਸੀਸ ਨਿਭਾਏ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਵਾਲੇ ਸਿੱਧਕੀ ਸਿੰਘ ਹਨ। ਤੁਰਕਨ ਕੇ ਸਿਰ ਲਗੇ ਗੋ ਗੁਨਾਹ। ਉਹਨਾਂ ਦੀ ਸ਼ਹੀਦੀ ਦਾ ਵੱਡਾ ਗੁਨਾਹ ਜ਼ਕਰੀਆ ਖਾਨ ਦੇ ਸਿਰ ਤੇ ਲੱਗੇਗਾ। ਉਹ ਦੋਸ਼ ਲੱਗੇਗਾ, ਤੁਰਕਾਂ ਨੂੰ ਪਾਪ ਲੱਗੇਗਾ। ਕੋਈ ਮੰਨੇਗਾ ਸਿਰ ਸਾਹਿਬ ਪਾਣਾ। ਭਾਈ ਤਾਰੂ ਸਿੰਘ ਸਿੱਧਕੀ ਸਿੱਖ ਹੈ ਤੇ ਉਹ ਆਪਣੇ ਵਾਹਿਗੁਰੂ ਦਾ ਪਰਮੇਸ਼ਰ ਦਾ ਭਾਣਾ ਮੰਨੇਗਾ। ਸੁਫਲ ਮੰਨੇਗਾ ਸਿਰ ਤੁਰਕਨ ਲਾਣਾ। ਉਹ ਆਪਣੇ ਸੀਸ ਨੂੰ ਤੁਰਕਾਂ ਦੇ ਸਿਰ ਲਾ ਕੇ ਸਫਲ ਮੰਨੇਗਾ ਵੀ ਮੇਰਾ ਸਰੀਰ ਸਫਲ ਹੋ ਗਿਆ। ਸ਼ਹੀਦੀ ਪਾ ਕੇ ਸਿੰਘ ਜੀ ਭਾਈ ਤਾਰੂ ਸਿੰਘ ਜੀ ਸੱਚਖੰਡ ਜਾਣਗੇ ਤੇ ਆਪਣੀ ਯਾਤਰਾ ਸਫਲੀ ਕਰਨਗੇ। ਸਿੰਘ ਧਨ ਜੋ ਜੁੱਧ ਮਚਾਵੇ। ਭਾਈ ਮਤਾਬ ਸਿੰਘ ਜੀ ਕਹਿੰਦੇ ਧਨ ਹਨ ਗੁਰੂ ਕੇ ਸਿੰਘ ਜਿਹੜੇ ਧਰਮ ਯੁੱਧ ਵਿੱਚ ਲੜਦੇ ਹਨ। ਧਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਾਰ ਚਿਤ ਮੈਂ ਜੁੱਧ ਵਿਚਾਰੈ ਦੇਹ ਅਨਿਤ ਨਾ ਨਿਤ ਰਹਿ ਜਸ ਨਾਮ ਚੜੈ ਭਵ ਸਾਗਰ ਤਾਰੈ।
ਧਨ ਹੈ ਉਹਨਾਂ ਦਾ ਜਿਉਣਾ ਸੰਸਾਰ ਦੇ ਵਿੱਚ, ਜਿਹੜੇ ਮੁਖ ਤੋਂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪਦੇ ਹਨ ਔਰ ਚਿੱਤ ਵਿੱਚ ਧਰਮ ਜੋਤੀ ਬਿਰਤੀ ਰੱਖਦੇ ਹਨ। ਐਸੇ ਗੁਰਮੁਖ ਜਨ ਸੰਸਾਰ ਵਿੱਚੋਂ ਆਪਣੇ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਹਨ। ਸਿੰਘ ਧਨ ਜੋ ਤੁਰਕਨ ਸਿਰ ਲਾਵੈ, ਧਨ ਹਨ ਉਹ ਸਿੰਘ ਜਿਹੜੇ ਆਪਣੇ ਸੀਸ ਜ਼ਾਲਮਾਂ ਦੇ ਸਿਰ ਲਾ ਕੇ ਜ਼ੁਲਮ ਦਾ ਬੇੜਾ ਡੋਬ ਰਹੇ ਹਨ। ਮਰਨ ਸਭਨ ਕੇ ਸੀਸ ਪਰ, ਸੁਫਲ ਮਰਨ ਹੈ ਤਾਹੇ। ਮੌਤ ਸਾਰਿਆਂ ਵਾਸਤੇ ਸਾਂਝੀ ਹੈ। ਐਸਾ ਸੰਸਾਰ 'ਚ ਕੋਈ ਵਿਅਕਤੀ ਨਹੀਂ ਜੋ ਸਦਾ ਜਿਉਂਦਾ ਰਹੇ। ਸੂਬੇ ਵਜੀਦ ਖਾਨ ਨੂੰ ਕਿਹਾ ਸੀ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਜੀ ਨੇ, ਜਦੋਂ ਸੂਬੇ ਨੇ ਆਖਿਆ ਬੱਚਿਓ ਅਜੇ ਤੁਹਾਡੀ ਉਮਰ ਛੋਟੀ ਹੈ, ਜਾਨ ਬਚਾ ਲਓ, ਧਰਮ ਆਪਣਾ ਛੱਡ ਕੇ ਦੀਨ ਇਸਲਾਮ ਕਬੂਲ ਕਰ ਲਓ। ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਕਿਹਾ ਸੀ ਵਜੀਦ ਖਾਨ, ਜੇ ਤੂੰ ਗਰੰਟੀ ਦਿੰਦਾ ਵੀ ਮੁਸਲਮਾਨ ਬਣ ਕੇ ਮੌਤ ਨਹੀਂ ਆਏਗੀ ਫਿਰ ਅਸੀਂ ਬਣ ਜਾਂਦੇ ਹਾਂ। ਕੀ ਤੂੰ ਮਰਨਾ ਕੋਈ ਨਹੀਂ? ਜੇ ਤੂੰ ਮੁਸਲਮਾਨ ਹੋ ਕੇ ਵੀ ਮਰੇਗਾ ਤੇ ਫਿਰ ਅਸੀਂ ਆਪਣਾ ਧਰਮ ਛੱਡ ਕੇ ਕਿਉਂ ਮਰੀਏ? ਅਸੀਂ ਆਪਣੇ ਧਰਮ ਵਿੱਚ ਹੀ ਸ਼ਹੀਦੀ ਪਾਵਾਂਗੇ। ਸੋ ਸਾਧ ਸੰਗਤ ਜੀ, ਮਰਨ ਸਾਰਿਆਂ ਦੇ ਸਿਰ ਤੇ ਹੈ। ਜਿਹੜੇ ਆਪਣਾ ਧਰਮ ਛੱਡ ਦਿੰਦੇ ਉਹ ਵੀ ਮਰ ਜਾਂਦੇ ਆ, ਜਿਹੜੇ ਧਰਮ ਨਿਭਾ ਜਾਂਦੇ ਆ ਉਹ ਸਰੀਰ ਕਰਕੇ ਮਰਦੇ, ਪਰ ਆਤਮਾ ਕਰਕੇ ਅਮਰ ਹੋ ਜਾਂਦੇ। ਹਾਂਜੀ, ਧਰਮ ਨਿਭੈ ਸਿੱਖੀ ਨਿਭੈ, ਤੁਰਕਨ ਸੀਸ ਲਗ ਜਾਹੇ। ਇੱਥੇ ਸਦਾ ਕਿਸੇ ਨੇ ਨਹੀਂ ਰਹਿਣਾ। 4 ਦਿਨ ਦਾ ਮੇਲਾ ਹੈ, 2-4 ਦਿਨ ਜ਼ਿਆਦਾ ਜੀ ਲਿਆ ਫਿਰ ਵੀ ਮਰਨਾ ਹੈ। ਜੇ 100 ਵਰਿਆ ਜੀਵਣਾ ਭੀ ਤਨ ਹੋਸੀ ਖੇ, 100 ਸਾਲ ਜੀ ਕੇ ਵੀ ਮਰਨਾ ਹੀ ਪੈਣਾ। ਇਸ ਕਰਕੇ ਭਾਈ ਸਾਹਿਬ ਤਾਰੂ ਸਿੰਘ ਜੀ ਆਪਣਾ ਸੀਸ ਵਾਰ ਦੇਣਗੇ। ਗੱਲ ਭਾਈ ਮਤਾਬ ਸਿੰਘ ਜੀ ਸੋਚ ਰਹੇ ਹਨ। ਧਨ ਧਨ ਦੇ ਮਣੀ ਸਿੰਘ ਪਾਈ, ਭਾਈ ਮਤਾਬ ਸਿੰਘ ਸੋਚਦੇ ਧਨ ਹਨ ਭਾਈ ਮਨੀ ਸਿੰਘ ਸ਼ਹੀਦ, ਬੰਦ ਬੰਦ ਜਿਨ ਦੇਹ ਕਟਾਈ। ਜਿਨ੍ਹਾਂ ਨੇ ਆਪਣੇ ਬੰਦ ਕਟਾਏ ਹਨ, ਸ਼ਹੀਦੀ ਪਾਈ ਹੈ। ਧਨ ਦਿਆਲ ਸਿੰਘ ਸ਼ਾਇ ਸਿਰ ਵਾਲਾ, ਆ ਧਨ ਭਾਈ ਦਿਆਲ ਸਿੰਘ ਜੀ ਹਨ ਜਿਨ੍ਹਾਂ ਨੇ ਸ਼ਹੀਦੀ ਪਾਈ ਹੈ। ਚੜਿਓ ਚਰਖੜੀ ਧਰਮ ਸੰਭਾਲਾ। ਇਹ ਸਿੰਘ ਭਾਈ ਮਨੀ ਸਿੰਘ ਦੇ ਨਾਲ ਸ਼ਹੀਦ ਕੀਤੇ ਸੀਗੇ। ਭਾਈ ਦਿਆਲ ਸਿੰਘ, ਭਾਈ ਗੁਲਜ਼ਾਰਾ ਸਿੰਘ, ਭਾਈ ਕੇ ਕੋਇਰ ਸਿੰਘ, ਕੇਸਰਾ ਸਿੰਘ, ਇਹ ਸਿੰਘਾਂ ਨੂੰ ਬੜੇ ਤਸੀਹੇ ਦਿੱਤੇ। ਚਿੱਤਰ ਸਿੰਘ ਭਾਈ ਮਨੀ ਸਿੰਘ ਦਾ ਵੱਡਾ ਪੁੱਤਰ ਵੀ ਨਾਲ ਸੀਗਾ, ਉਹਨਾਂ ਨੂੰ ਵੀ ਸ਼ਹੀਦ ਕੀਤਾ ਸੀ। 7 ਸਿੰਘ ਸ਼ਹੀਦ ਕੀਤੇ ਸੀ, ਉਹਨਾਂ ਦਾ ਜ਼ਿਕਰ ਕਰ ਰਹੇ ਭਾਈ ਰਤਨ ਸਿੰਘ ਜੀ। ਹਾਂਜੀ, ਸੁਬੇਗ ਸਿੰਘ ਜੱਬਰ ਸੁਤ ਨਾਲ, ਔਰ ਧੰਨ ਭਾਈ ਸੁਬੇਗ ਸਿੰਘ ਜੰਬਰ ਹਨ ਜਿਨ੍ਹਾਂ ਦਾ ਪੁੱਤਰ ਸ਼ਾਹਬਾਜ ਸਿੰਘ ਨਾਲ ਸ਼ਹੀਦੀ ਪਾ ਗਿਆ। ਚੜ ਕਰ ਚਖਨ ਜਿਨ ਜਪਿਓ ਅਕਾਲ, ਚਰਖੜੀ ਤੇ ਚੜ ਕੇ ਵੀ ਅਕਾਲ ਦੇ ਜਕਾਰੇ ਗਜਾਉਂਦੇ ਰਹੇ। ਧੰਨ ਧੰਨ ਵੈ ਸਿੰਘ ਜਿਨ ਆਪਾ ਮਾਰਾ, ਧੰਨ ਹਨ ਉਹ ਸਿੰਘ ਜਿਨ੍ਹਾਂ ਨੇ ਆਪਾ ਕੁਰਬਾਨ ਕਰ ਦਿੱਤਾ ਗੁਰੂ ਕਲਗੀਧਰ ਪਾਤਸ਼ਾਹ ਦੀ ਸਿੱਖੀ ਵਾਸਤੇ। ਗੋਰੇ ਤਸੀਸ ਲਗਾਏ ਸਿਦਾਰਾ, ਆਪਣੇ ਸਤਿਗੁਰਾਂ ਵਾਸਤੇ ਆਪਣੇ ਸੀਸ ਲਾ ਕੇ ਸ਼ਹੀਦ ਹੋ ਗਏ। ਹਮੇ ਕਮਾਈ ਕਿਆ ਕਰੀ, ਕੁਛ ਛਪ ਦਹਿ ਬਤਾਏ। ਭਾਈ ਮਤਾਬ ਸਿੰਘ ਜੀ ਕਿੱਡੇ ਮਹਾਨ ਹਨ, ਪਰ ਆਪਣੀ ਨਿਮਰਤਾ ਨਾਲ ਕਹਿ ਰਹੇ ਆ। ਕਹਿੰਦੇ ਅਸੀਂ ਕੀ ਕਮਾਈ ਕੀਤੀ ਹੈ? ਉਹਨਾਂ ਸਿੰਘਾਂ ਨੇ ਤਾਂ ਕਮਾਈ ਕੀਤੀ। ਭਾਈ ਮਨੀ ਸਿੰਘ ਜੀ, ਭਾਈ ਦਿਆਲ ਸਿੰਘ ਜੀ, ਭਾਈ ਸੁਬੇਗ ਸਿੰਘ ਜੀ, ਭਾਈ ਗੁਲਜ਼ਾਰਾ ਸਿੰਘ ਜੀ, ਭਾਈ ਕੇਸਰਾ ਸਿੰਘ ਜੀ, ਸਾਰੇ ਸਿੰਘ ਕਿੱਡੇ ਕਸ਼ਟ ਸਹਿ ਕੇ ਸ਼ਹੀਦ ਹੋ ਗਏ। ਸੈਂਕੜੇ ਹਜ਼ਾਰਾਂ ਸਿੰਘ। ਮੈਂ ਕੀ ਕੀਤਾ? ਕਹਿੰਦੇ ਛੱਪ ਕੇ ਦਿਨ ਕੱਟੀ ਜਾਣਾ, ਕਿਉਂਕਿ ਸਿੰਘ ਜੰਗਲਾਂ 'ਚ ਲੁੱਕ ਛਿਪ ਕੇ ਰਹਿ ਰਹੇ ਸਨ। ਭਾਈ ਮਤਾਬ ਸਿੰਘ ਜੀ ਕਹਿੰਦੇ ਮੈਂ ਵੀ ਲੁੱਕ ਛਿਪ ਕੇ ਦਿਨ ਕੱਟੀ ਜਾ ਰਿਹਾ। ਕੀ ਕਮਾਈ ਕੀਤੀ ਹੈ? ਹਾਲਾਂਕਿ ਉਹ ਲੁਕਣਾ ਛਿਪਣਾ ਉਹਨਾਂ ਦਾ ਪੰਥ ਵਾਸਤੇ ਹੀ ਸੀ, ਪਰ ਫਿਰ ਵੀ ਦੇਖੋ ਉਹਨਾਂ ਸਿੰਘਾਂ 'ਚ ਨਿਮਰਤਾ ਸੀ। ਅੱਜ ਸਾਧ ਸੰਗਤ ਜੀ ਛੋਟੀ ਮੋਟੀ ਕੋਈ ਗੱਲ ਕਰਦੀ ਹੈ ਨਾ ਤੇ ਆਪਣਾ ਨਾਂ ਪਹਿਲਾਂ ਅਖਬਾਰਾਂ 'ਚ ਟੀਵੀ ਚੈਨਲਾਂ 'ਚ ਮੰਗਦੇ ਆ ਵੀ ਨੰਬਰ ਪਹਿਲਾਂ ਮੇਰਾ ਹੋਣਾ ਚਾਹੀਦਾ, ਮੇਰੀ ਕੁਰਬਾਨੀ ਜ਼ਿਆਦਾ ਹੈ। ਕਈਆਂ ਨੇ ਕੀਤਾ ਵੀ ਕੱਖ ਨਹੀਂ ਹੁੰਦਾ ਤੇ ਆਪਣੇ ਨਾਂ ਦੀਆਂ ਫੋਟੋਆਂ ਛਾਪ ਕੇ ਵੰਡੀ ਜਾਂਦੇ ਆ। ਪਰ ਖਾਲਸਾ ਜੀ ਜਿਨ੍ਹਾਂ ਦੀ ਕਮਾਈ ਹੈ ਧੰਨ ਗੁਰੂ ਕੇ ਸਿੱਖ, ਉਹ ਆਪਣੇ ਆਪ ਨੂੰ ਜਣਾਉਂਦੇ ਹੀ ਨਹੀਂ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਵਡਿਆਈ ਗੁਰਸਿੱਖੀ ਦੀ ਹੈ। ਹਾਂਜੀ, ਕਿ ਮਹਾਮੁਨ ਕੇ ਟਿਕ ਬਹਿ, ਦਰਗਾਹ ਕਚਹਿਰੀ ਜਾਏ। ਅਸੀਂ ਉਹਨਾਂ ਦੇ ਕੋਲ ਜਦੋਂ ਦਰਗਾਹ ਜਾਵਾਂਗੇ ਕਿਵੇਂ ਬੈਠਾਂਗੇ? ਭਾਈ ਮਨੀ ਸਿੰਘ ਦੇ ਕੋਲ, ਉਹਨਾਂ ਸ਼ਹੀਦਾਂ ਦੇ ਕੋਲ ਕਿਵੇਂ ਬੈਠਾਂਗੇ? ਕਿਉਂਕਿ ਅਸੀਂ ਤਾਂ ਲੁੱਕ ਕੇ ਦਿਨ ਕੱਟ ਰਹੇ ਹਾਂ। ਭਾਈ ਮਤਾਬ ਸਿੰਘ ਸੋਚਦੇ ਆ। ਹਾਂਜੀ, ਹੁਣ ਸਿੰਘਨ ਸੈ ਹਮ ਕੀਏ ਰਲੀਏ। ਕਿਵੇਂ ਰਲਾਂਗੇ ਉਹਨਾਂ ਨਾਲ?
ਸ਼ਹੀਦਾਂ ਦੇ ਨਾਲ ਰਲਣ ਵਾਸਤੇ ਜਾਨ ਤਲੀ ਤੇ ਧਰਨੀ ਪਏਗੀ, ਤਾਂ ਹੀ ਰਲਾਂਗੇ। ਕਿ ਮੁਨ ਸੰਗ ਅਸੀਂ ਭੀ ਅਸੀਂ ਚਲੀਏ, ਕਿਵੇਂ ਜਾਈਏ ਉਹਨਾਂ ਦੇ ਨਾਲ? ਕਾਚੀ ਦੇ ਸਦਾ ਥਿਰ ਨਾਹੀ। ਇਹ ਕੱਚੀ ਦੇਹ ਹੈ, ਨਾਸਮਾਨ ਝੂਠੀ, ਕਿੰਨਾ ਚਿਰ ਚੱਲੇਗੀ? ਇੱਕ ਦਿਨ ਤਾਂ ਇਹ ਮਿੱਟੀ ਦੀ ਗਾਗਰ ਟੁੱਟ ਜਾਣੀ ਹੈ। ਬਹੁਤ ਉਮਰ ਹਮ ਗਈ ਬਤਾਹੀ। ਬਹੁਤ ਉਮਰ ਸਾਡੀ ਬੀਤ ਗਈ ਹੈ, ਤੇ ਜੇ 2-4 ਸਾਲ ਹੋਰ ਵੀ ਜੀ ਲਿਆ, ਭਾਈ ਮਤਾਬ ਸਿੰਘ ਸੋਚਦੇ, ਫਿਰ ਵੀ ਤਾਂ ਮਰਾਂਗੇ। ਕਿਉਂ ਨਾ ਭਾਈ ਸਾਹਿਬ ਮਤਾਰੂ ਸਿੰਘ ਦੇ ਨਾਲ ਹੀ ਆਪਣੀ ਯਾਤਰਾ ਪੂਰੀ ਕਰੀਏ। ਬਿਨ ਤੁਰਕਨ ਕਹੂੰ ਦੇ ਗਰੀਏ, ਹਾਂਜੀ, ਬਿਨ ਤੁਰਕਨ ਕਹੂੰ ਦੇ ਗਰੀਏ। ਹਾਂ, ਜੇ ਤੁਰਕਾਂ ਤੋਂ ਬਿਨਾ, ਭਾਵ ਜੰਗ ਤੋਂ ਬਿਨਾ ਕਿਤੇ ਮਰ ਗਏ, ਉਦਾਂ ਹੀ ਮਰ ਤਾਂ ਜਾਣਾ ਹੀ, ਬਿਮਾਰ ਹੋ ਕੇ ਮਰ ਜਾਾਂਗੇ, ਕਿਤੇ ਕੋਈ ਸੱਟ ਲੱਗ ਗਈ ਤਾਂ ਮਰ ਗਏ, ਘੋੜੇ ਤੋਂ ਡਿੱਗ ਪਏ ਤਾਂ ਮਰ ਗਏ, ਕਿਤੇ ਉਦਾਂ ਹੀ ਮਰ ਗਏ, ਰਾਹ ਜਾਂਦੇ ਬਿਨਾ ਮਤਲਬ ਦੇ। ਸ਼ਹੀਦੀ ਮਰਾਤਬ ਤੇ ਕਿਉਂ ਜਈਏ, ਸ਼ਹੀਦੀ ਮਰਾਤਬਾ ਨਹੀਂ ਮਿਲੇਗਾ, ਫਿਰ ਕਿਉਂ ਸ਼ਹੀਦੀ ਮਰਾਤਬਾ ਗਵਾਈਏ? ਤ੍ਰਿਗ ਜਨਮ ਤ੍ਰਿਗ ਮਰਨ ਹੋਈ। ਹਾਂ, ਉਹ ਜਿਉਣਾ ਵੀ ਤ੍ਰਿਗ ਹੋਏਗਾ, ਮਰਨਾ ਵੀ ਤ੍ਰਿਗ ਹੋਏਗਾ। ਤੁਰਕਨ ਬਿਨ ਸਿਰ ਮਰੇ ਚੜ ਜੋਈ। ਜਿਹੜਾ ਤੁਰਕਾਂ ਨਾਲ ਯੁੱਧ ਕਰੇ ਤੋਂ ਬਿਨਾ ਮਰਾਂਗੇ, ਬੇਕਾਰ ਮਰਨਾ ਹੋਏਗਾ। ਮਤਾਬ ਸਿੰਘ ਨੇ ਐਸ ਵਿਚਾਰੀ। ਇਸ ਤਰ੍ਹਾਂ ਸ਼ਹੀਦ ਭਾਈ ਮਤਾਬ ਸਿੰਘ ਜੀ, ਜਿਨ੍ਹਾਂ ਨੇ 5-6 ਸਾਲ ਪਹਿਲਾਂ ਮੱਸੇ ਨੂੰ ਮਾਰਿਆ ਸੀਗਾ, 5-6 ਸਾਲ ਤੋਂ ਉਹ ਜੰਗਲਾਂ 'ਚ ਵਿਚਰ ਰਹੇ ਸਨ। ਹੁਣ ਉਹਨਾਂ ਨੇ ਵਿਚਾਰ ਕੀਤੀ ਆਪਣੇ ਮਨ ਵਿੱਚ ਤਾਰੂ ਸਿੰਘ ਸੰਗ ਕਰੀਏ ਤਿਆਰੀ। ਕਿ ਭਾਈ ਤਾਰੂ ਸਿੰਘ ਬੜੇ ਗੁਰਮੁਖ ਬੰਦਗੀ ਵਾਲੇ ਮਹਾਪੁਰਸ਼ ਨੇ, ਉਹਨਾਂ ਦੇ ਨਾਲ ਜਾ ਕੇ ਰਲ ਜਾਈਏ। ਹਮਰੋ ਉਸ ਕੋ ਹੁਤੋ ਸਨੇਹ। ਨਾਲੇ ਸਾਡਾ ਭਾਈ ਤਾਰੂ ਸਿੰਘ ਨਾਲ ਪਿਆਰ ਬੜਾ ਸੀ, ਉਹ ਸਾਡੇ ਭਰਾ ਸਨ, ਸਾਡੇ ਸੱਜਣ ਸਨ, ਸਾਨੂੰ ਜੰਗਲਾਂ 'ਚ ਪ੍ਰਸ਼ਾਦਾ ਪਹੁੰਚਾਇਆ ਕਰਦੇ ਸਨ, ਤੇ ਇਹੋ ਜਿਹੇ ਮਹਾਪੁਰਸ਼ ਦੇ ਨਾਲ ਅਸੀਂ ਯਾਤਰਾ ਕਰੀਏ। ਉਨ ਉਸੀ ਸੰਗ ਮਿਲ ਤਜੀਏ ਦੇਹ। ਹੁਣ ਉਹਨਾਂ ਦੇ ਨਾਲ ਹੀ ਆਪਣੀ ਇਹ ਯਾਤਰਾ ਸੱਚਖੰਡ ਦੀ ਕਰੀਏ, ਦੇਹ ਤਿਆਗ ਕੇ ਜਾਈਏ। ਸਿੰਘ ਔਰ ਸਿੰਘ ਸੋ ਔਰਨ ਪ੍ਰਤ ਕਹਿਓ, ਤੁਮ ਰੁਕ ਔਰ ਹੋ ਜੋ ਜਾਏ। ਭਾਈ ਸਾਹਿਬ ਕਹਿਣ ਲੱਗੇ ਮਤਾਬ ਸਿੰਘ ਜੀ ਆਪਣੇ ਸਾਥੀ ਸਿੰਘਾਂ ਨੂੰ, ਖਾਲਸਾ ਜੀ ਬੇਨਤੀ ਹੈ ਕਿ ਮੇਰਾ ਜੀ ਕਰਦਾ ਕਿ ਮੈਂ ਭਾਈ ਸਾਹਿਬ ਤਾਰੂ ਸਿੰਘ ਜੀ ਦੇ ਨਾਲ ਜਾ ਕੇ ਸ਼ਹੀਦੀ ਪਾਵਾਂ, ਉਹਨਾਂ ਦੇ ਨਾਲ ਮੈਂ ਫਤਿਹ ਜਾਵਾਂ, ਉਹਨਾਂ ਦੇ ਦਰਸ਼ਨ ਕਰਾਂ, ਅੰਤਮ ਦਰਸ਼ਨ ਭਾਈ ਸਾਹਿਬ ਤਾਰੂ ਸਿੰਘ ਦੇ ਮੈਨੂੰ ਹੋ ਜਾਣ। ਤੁਸੀਂ ਕਿਤੇ ਜੰਗਲਾਂ ਵਿੱਚ ਜਥੇਦਾਰ ਹੋਰ ਬਣਾ ਲਓ, ਤੇ ਆ ਮੇਰੇ ਸ਼ਸਤਰ, ਮੇਰੇ ਕਮਰ ਕਸੇ ਦੇ ਸਾਰੇ ਸੰਭਾਲ ਲਓ। ਅਸੀਂ ਸੋ ਜਾਏ ਲਾਹੌਰ ਕੋ, ਤਾਰੂ ਸਿੰਘ ਕੇ ਪਾਹੇ। ਮਤਾਬ ਸਿੰਘ ਆਪਣੇ ਸਾਥੀਆਂ ਨੂੰ ਕਹਿਣ ਲੱਗਾ, ਸਿੰਘੋ ਮੈਨੂੰ ਆਗਿਆ ਦਿਓ, ਮੈਂ ਤਾਂ ਲਾਹੌਰ ਚੱਲਿਆ ਹਾਂ। ਭਾਈ ਤਾਰੂ ਸਿੰਘ ਜੀ ਦੇਖੋ ਕੈਸੇ ਸਿੰਘ ਸਨ, ਆਪ ਮੌਤ ਵਿਆਹਣ ਚੱਲੇ ਆ, ਸ਼ਹੀਦੀ ਪਾਣ ਚੱਲੇ ਆ। ਹਾਲਾਂਕਿ ਉਹ ਐਸੇ ਸੂਰਮੇ ਸਨ ਵੀ ਦੁਸ਼ਮਣ ਡਰਦਾ ਮਾਰਾ ਨੇੜੇ ਨਹੀਂ ਸੀ ਆਉਂਦਾ, ਦੂਜੇ ਪਾਸਿਓਂ ਲੰਘ ਜਾਂਦੇ ਸੀ ਸਿਪਾਹੀ, ਮਤਾਬ ਸਿੰਘ ਆ ਰਿਹਾ, ਉਹ ਰਸਤਾ ਹੀ ਛੱਡ ਜਾਂਦੇ ਸੀਗੇ ਤੁਰਕ ਡਰਦੇ ਮਾਰੇ। ਅੱਜ ਆਪ ਲਾਹੌਰ ਚੱਲਿਆ ਭਾਈ ਤਾਰੂ ਸਿੰਘ ਨੂੰ ਮਿਲਣ ਵਾਸਤੇ ਕਿ ਫਤਿਹ ਜਾਣੀ ਹੈ ਭਾਈ ਤਾਰੂ ਸਿੰਘ ਜੀ ਨੂੰ, ਤੇ ਉਹਨਾਂ ਦੇ ਨਾਲ ਜਾ ਕੇ ਸ਼ਹੀਦੀ ਪਾਣੀ ਹੈ। ਯੂੰ ਕਹਿ ਸਿੰਘ ਜੀ ਐਦਰ ਤੁਰਿਆ। ਇਹ ਤਾਂ ਕਹਿ ਕੇ ਭਾਈ ਮਤਾਬ ਸਿੰਘ ਜੀ ਨੇ ਆਪਣੇ ਕਮਰ ਕਸੇ ਦੇ ਸਾਰੇ ਸ਼ਸਤਰ ਸਾਥੀਆਂ ਨੂੰ ਦੇ ਦਿੱਤੇ। ਗਾਤਰੇ ਦੀਆਂ ਤੇਗਾਂ, ਖੰਜਰਾਂ, ਕਟਾਰਾਂ, ਦਮਾਲੇ ਦੇ ਚੱਕਰ, ਜਿੰਨੇ ਸ਼ਸਤਰ ਸੀਗੇ ਸਾਰੇ ਉਤਾਰ ਕੇ ਖਾਲਸੇ ਨੂੰ ਵੰਡ ਦਿੱਤੇ। ਕਿਸੇ ਨੂੰ ਆਪਣੇ ਤੇ ਢਾਲ ਦਿੱਤੀ, ਕਿਸੇ ਨੂੰ ਤਲਵਾਰ, ਕਿਸੇ ਨੂੰ ਬਰਛਾ, ਕਿਸੇ ਨੂੰ ਬੰਦੂਕ, ਕਿਸੇ ਨੂੰ ਤੀਰ ਕਮਾਨ, ਸਭ ਸ਼ਸਤਰ ਤੇ ਘੋੜਾ ਵੀ ਦੇ ਦਿੱਤਾ। ਇੱਕ ਸਲੋਤਰ ਡੰਡਾ ਮੋਢੇ ਤੇ ਧਰ ਲਿਆ, ਡਾਂਗ ਬੜੀ ਤਗੜੀ, ਬਾਕੀ ਸਾਰੇ ਸ਼ਸਤਰ ਸਿੰਘਾਂ ਨੂੰ ਵੰਡ ਦਿੱਤੇ। ਸ਼ਸਤਰ ਛੱਡ ਹੱਥ ਸੋਟਾ ਫੜਿਆ। ਸ਼ਸਤਰ ਛੱਡ ਦਿੱਤੇ, ਸਿੰਘਾਂ ਨੂੰ ਦੇ ਦਿੱਤੇ, ਕਿਉਂਕਿ ਸ਼ਸਤਰ ਤੁਰਕਾਂ ਦੇ ਹੱਥ ਕਿਉਂ ਜਾਣ, ਸਿੰਘਾਂ ਦੇ ਕੰਮ ਆਉਣਗੇ ਖਾਲਸੇ ਦੇ। ਤੁਰਕਾਂ ਨੇ ਬੇਅਦਬੀ ਕਰਨੀ ਸ਼ਸਤਰਾਂ ਦੀ, ਵੈਰੀ ਦੇ ਹੱਥ ਆਪਣੇ ਸ਼ਸਤਰ ਨਹੀਂ ਜਾਣ ਦੇਣੇ, ਇਹ ਸੋਚ ਕੇ ਸ਼ਸਤਰ ਸਿੰਘਾਂ ਨੂੰ ਦੇ ਦਿੱਤੇ। ਹੱਥ ਸੋਟਾ ਫੜਿਆ, ਇੱਕ ਮੁਤਹਿਰਾ ਬੜਾ ਤਗੜਾ ਜੰਗੀ ਸਲੋਤਰ ਜਿਹੜਾ ਕੁਤਕਾ, ਉਹ ਮੋਢੇ ਧਰ ਲਿਆ। ਸ਼ਸਤਰ ਸੋਹੀਆਂ ਲੜ ਮਰੀਏ। ਹਾਂ, ਇਹ ਹੀ ਸਲੋਤਰ ਹੀ ਹੁਣ ਵਰਤਾਂਗੇ, ਹੁਣ ਇਹਦੇ ਨਾਲ ਹੀ ਦੁਸ਼ਮਣਾਂ ਦੇ ਸਿਰ ਭੰਨਾਂਗੇ, ਜਿੰਨੇ ਕੁ ਮਾਰੇਗੇ ਇਹਦੇ ਨਾਲ ਮਾਰਾਂਗੇ, ਉਸ ਤੋਂ ਬਾਅਦ ਫੜੇ ਜਾਵਾਂਗੇ ਤੇ ਲਾਹੌਰ ਜਾ ਕੇ
ਸ਼ਹੀਦੀ ਪਾਵਾਂਗੇ। ਸੋਟਾ ਲੈ ਨਵਾਬ ਟਿਕ ਜਈਏ, ਇਹ ਸੋਟਾ ਲੈ ਕੇ ਜਾਵਾਂਗੇ ਜ਼ਕਰੀਏ ਦੇ ਖਾਂ ਦੇ ਸਿਰ 'ਚ ਮਾਰਨ ਲਈ। ਹਰੀ ਭਗਤੋਂ ਟੋਲਤ ਜਹਾਂ, ਜਿੱਧਰ ਹਰ ਭਗਤ ਨਿਰੰਜਨੀਆਂ ਜੰਡਿਆਲੇ ਵਾਲਾ ਭਾਈ ਮਤਾਬ ਸਿੰਘ ਦੀ ਤਲਾਸ਼ ਕਰਦਾ ਫਿਰਦਾ ਸੀ, ਫੌਜ ਲੈ ਕੇ ਚੌਂਕੀਆਂ ਲੱਗੀਆਂ ਹੋਈਆਂ ਸਨ ਪਿੰਡਾਂ ਵਿੱਚ। ਸਿੰਘ ਜੀ ਪਹੁੰਚਿਓ ਆਪੇ ਤਾਹਾਂ, ਭਾਈ ਮਤਾਬ ਸਿੰਘ ਜੀ ਮੋਢੇ ਤੇ ਡਾਂਗ ਰੱਖੀ ਹੋਈ ਤਗੜੀ ਤੇ ਉਧਰ ਹੀ ਜਾ ਪਹੁੰਚੇ ਗੱਜੇ ਜਾ ਕੇ। ਦੇਖ ਤੂਨੇ ਤੁਰਤ ਫੜ ਲਿਓ, ਜਕਾਰਾ ਗਜਾ ਦਿੱਤਾ ਜ਼ੋਰ ਦੇ ਨਾਲ ਤੇ ਤੁਰਕ ਆ ਗਏ, ਤੇ ਜਿਹੜੇ ਫੜਨ ਆਏ ਉਹਨਾਂ ਨੂੰ 5-7 ਨੂੰ ਦੇ ਸੋਟੇ ਨਾਲ ਹੀ ਸਿੱਧਾ ਕਰ ਦਿੱਤਾ। 5-7 ਦੇ ਸਿਰ ਸੁਰ ਭੰਨ ਦਿੱਤੇ ਚੰਗੇ, ਲੱਤਾਂ ਬਾਹਾਂ ਤੋੜ ਦਿੱਤੀਆਂ। ਫਿਰ ਉਹਨਾਂ ਦੀ ਫੌਜ ਜ਼ਿਆਦਾ ਸੀ, ਉਹਨਾਂ ਨੇ ਫੜ ਲਿਆ। ਨਰਨ ਕਰੜ ਗੱਡੇ ਪਰ ਠਿਓ, ਕੱਲਾ ਸਿੰਘ ਕਿੰਨਾ ਕੁ ਚਿਰ ਡਾਂਗ ਨਾਲ ਲੜ ਸਕਦਾ ਸੀ। ਅਕਸਰ ਨੂੰ ਉਹ ਸਿਪਾਹੀ ਉਹ ਵੀ ਹਥਿਆਰਬੰਦ ਸਨ, ਉਹਨਾਂ ਨੇ ਕਾਬੂ ਕਰਕੇ ਨਰੜ ਕੇ ਹੱਥਾਂ ਬਾਹਾਂ ਨੂੰ ਹੱਥ ਕੜੀਆਂ ਬੇੜੀਆਂ ਪਾ ਕੇ ਸੰਗਲ ਮਾਰ ਕੇ ਗੱਡੇ ਤੇ ਬੰਨ੍ਹ ਲਿਆ, ਗੱਡੇ ਦੇ ਉੱਤੇ ਕਾਬੂ ਕਰ ਲਿਆ। ਬਾਹੋਂ ਸੋ ਪਰ ਬਾਹਾਂ ਤਰਨ ਲੀਨ ਮਦੇ ਟਿਕਾਏ, ਉਹ ਦੋਵੇਂ ਬਾਹਾਂ ਗੱਡੇ ਦੇ ਸੱਜੇ ਖੱਬੇ ਬੰਨ ਕੇ ਲੱਤਾਂ ਨੂੰ ਵੀ ਸੰਗਲ ਪਾ ਕੇ ਲੱਕ ਨੂੰ ਵੀ, ਤੇ ਗੱਡੇ ਦੇ ਵਿਚਕਾਰ ਬੰਨ ਲਿਆ। ਆਲੇ ਦੁਆਲੇ ਫੌਜੀ ਸਿਪਾਹੀ ਵੀ ਕਿਤੇ ਭੱਜ ਨਾ ਜਾਏ ਸਾਡੇ ਕੋਲੋਂ ਛੁੱਟ ਕੇ, ਤੇ ਉਹਨੂੰ ਲੈ ਕੇ ਤੁਰ ਪਏ। ਲੋਹੇ ਕੀਲ ਕਢਾਏ ਕੇ ਠੋਕ ਦਿਓ ਇੱਕ ਥਾਏ, ਲੋਹੇ ਦੀਆਂ ਕਿੱਲਾਂ ਗੱਡ ਦਿੱਤੀਆਂ ਪੱਕੀਆਂ ਹੱਥ ਕੜੀਆਂ ਦੇ ਵਿੱਚੋਂ ਦੀ, ਵੀ ਤਾਂ ਕਿ ਕਿਤੇ ਪੱਟ ਕੇ ਨਿਕਲ ਨਾ ਜਾਵੇ। ਫਿਰ ਮੱਧ ਡੰਡੋ ਬਾਂਧ ਪਿੜਾਈ, ਤੇ ਫਿਰ ਡੰਡੇ ਪਾ ਕੇ ਜਿਵੇਂ ਉਹ ਖੜਚੰਗਾ ਜਿਹਾ ਲਾ ਦਿੰਦੇ ਆ, ਲੱਤਾਂ ਨੂੰ ਵੀ ਬੰਨ੍ਹ ਦਿੱਤਾ, ਹੱਥਾਂ ਨੂੰ ਵੀ ਪੂਰੀ ਤਰ੍ਹਾਂ ਕਾਬੂ ਕਰ ਲਿਆ। ਉਸ ਬਾਹੇ ਦੀਨੀ ਨਾੜ ਚੜਾਈ, ਬਾਹਾਂ ਨੂੰ ਚੰਗੀ ਤਰ੍ਹਾਂ ਨੂੜ ਕੇ ਨਰੜ ਕੇ ਬੰਨਿਆ, ਵੀ ਬਾਹਾਂ ਨਾ ਛੁਡਾ ਲਵੇ। ਸਿੰਘ ਜੀ ਕੋ ਨਿਜ ਗ੍ਰਾਮ ਲਿਆਏ, ਇਸ ਤਰ੍ਹਾਂ ਸਿੰਘ ਜੀ ਭਾਈ ਸਾਹਿਬ ਭਾਈ ਮਤਾਬ ਸਿੰਘ ਨੂੰ ਬੰਨ ਕੇ ਬੜੀ ਸਖਤੀ ਦੇ ਨਾਲ ਗੱਡੇ ਤੇ ਨਰੜ ਕੇ ਕਾਬੂ ਕਰਕੇ ਜੂੜ ਕੇ ਇਹ ਸੈਂਕੜੇ ਸਿਪਾਹੀ ਗੱਡਾ ਰੇੜ ਕੇ ਲਿਆਏ। ਕਿੱਥੇ? ਪਿੰਡ ਮੀਰਾਂਕੋਟ। ਰਾਜਾ ਸਾਂਸੀ ਹਵਾਈ ਅੱਡੇ ਵੱਲ ਜਾਈਏ, ਉਧਰ ਇਹ ਮੀਰਾਂਕੋਟ ਪਿੰਡ ਸ੍ਰੀ ਅੰਮ੍ਰਿਤਸਰ ਤੋਂ 4-5 ਕਿਲੋਮੀਟਰ ਦੀ ਵਾਟ ਤੇ ਪੈ ਜਾਂਦਾ। ਸੋ ਉੱਥੇ ਇਹ ਪਿੰਡ ਦੇ ਵਿੱਚ ਜਦੋਂ ਭਾਈ ਸਾਹਿਬ ਨੂੰ ਲਿਆਂਦਾ ਗਿਆ, ਹਾਂਜੀ, ਪਛਾਨਨ ਕੋ ਬੋ ਲੋਕ ਸਦਾਏ, ਪਿੰਡ ਦੀ ਪੰਚਾਇਤ ਪਿੰਡ ਦੇ ਬੰਦੇ ਸੱਦ ਲਏ ਸਾਰੇ। ਭਗਤ ਨਿਰੰਜਨੀਏ ਨੇ ਸਾਰਾ ਪਿੰਡ ਸੱਦਿਆ, ਪਛਾਣ ਕਰੋ ਵੀ ਇਹ ਬੰਦਾ ਕੌਣ ਤੁਹਾਡਾ, ਇਹ ਮਤਾਬ ਸਿੰਘ ਹੀ ਹੈ, ਤਾਂ ਕਿ ਵੀ ਕਿਤੇ ਹੋਰ ਨਾ ਫੜ ਕੇ ਲੈ ਜਾਈਏ। ਤੇ ਉੱਥੇ ਜਾ ਕੇ ਜ਼ਕਰੀਆ ਖਾਨ ਨੇ ਪੁੱਛਣਾ ਵੀ ਬੰਦਾ ਗਲਤ ਨਕਲ ਕਿਉਂ ਲੈ ਆਏ ਹੋ, ਅਸਲੀ ਕਿਉਂ ਨਹੀਂ ਆਇਆ ਮਤਾਬ ਸਿੰਘ। ਪਛਾਣ ਕਰਾਉਣ ਵਾਸਤੇ, ਪੱਕੀ ਤਸਦੀਕ ਕਰਾਉਣ ਵਾਸਤੇ ਭਾਈ ਸਾਹਿਬ ਮਤਾਬ ਸਿੰਘ ਜੀ ਦੀ ਉਹਨਾਂ ਦੇ ਪਿੰਡ ਦੇ ਲੋਕਾਂ ਨੂੰ ਸੱਦਿਆ ਗਿਆ। ਸਿੰਘ ਜੀ ਇਸ਼ਾਰਤ ਉਂਗਲੀ ਹਿਲਾਈ, ਭਾਈ ਸਾਹਿਬ ਨੇ ਅੱਖ ਨਾਲ ਜਾਂ ਉਂਗਲੀ ਨਾਲ ਇਸ਼ਾਰਾ ਕਰ ਦਿੱਤਾ ਵੀ ਪਛਾਣਿਆ ਜੇ ਨਾ, ਇਹਨਾਂ ਨੂੰ ਨਹੀਂ ਦੱਸਣਾ, ਇਹਨਾਂ ਨੂੰ ਪੁੱਠੇ ਰਾਹ ਹੀ ਪਾਣਾ ਸਾਰਿਆਂ ਨੂੰ। ਹਾਂਜੀ, ਨੈ ਅਬ ਸਿਆਨਨ ਕੀ ਗੱਲ ਕਾਈ, ਸਿੰਘ ਪਿੰਡ ਦਾ ਸੀਗਾ, ਭਾਵੇਂ ਪਿੰਡ ਦੇ ਹਿੰਦੂ ਹੋਣ ਭਾਵੇਂ ਪਿੰਡ ਦੇ ਮੁਸਲਮਾਨ ਹੋਣ, ਪਿੰਡ ਦਾ ਹੀ ਹੁੰਦਾ, ਭਾਈਚਾਰਾ ਹੀ ਹੁੰਦਾ। ਲੋਕਾਂ ਨੂੰ ਜਿਨ੍ਹਾਂ ਦੇ ਨਾਲ ਬੱਚਾ ਖੇਡਿਆ ਹੋਵੇ, ਪਲਿਆ ਜਵਾਨ ਹੋਇਆ ਹੋਵੇ, ਹਮਦਰਦੀ ਹੁੰਦੀ ਹੈ। ਪਿੰਡ ਦੇ ਕਿਸੇ ਹਿੰਦੂ ਜਾਂ ਮੁਸਲਮਾਨ ਜਾਂ ਸਿੱਖ ਨੇ ਪਛਾਣ ਨਹੀਂ ਕੀਤੀ ਵੀ ਇਹ ਤਾਂ ਮਤਾਬ ਸਿੰਘ ਹੈ। ਹਾਂਜੀ, ਜੋ ਕੋਈ ਆਖੈ ਜਾਣ ਪਛਾਣ, ਉਹ ਕਹਿੰਦੇ ਸੀ ਸਿਪਾਹੀ ਪਛਾਣ ਕੱਢੋ ਬਈ ਕੌਣ ਹੈ ਇਹ ਦੱਸੋ। ਸਾਰੇ ਚੁੱਪ ਨੇ, ਸਾਨੂੰ ਨਹੀਂ ਪਤਾ ਜੀ, ਅਸੀਂ ਨਹੀਂ ਜਾਣਦੇ। ਹਾਂਜੀ, ਪਿੰਡ ਕਰਾਈਏਗਾ ਮੁਸਲਮਾਨ, ਉਹ ਕਹਿਣ ਲੱਗੇ ਵੀ ਜੇ ਤੁਸੀਂ ਸਾਨੂੰ ਦੱਸ ਦਿਓਗੇ ਤੁਹਾਨੂੰ ਛੱਡ ਦਿਆਂਗੇ, ਨਹੀਂ ਤੁਹਾਨੂੰ ਵੀ ਮੁਸਲਮਾਨ ਬਣਾ ਦਿਆਂਗੇ। ਹਾਂਜੀ, ਹਰ ਭਗਤ ਲਾਹੌਰੈ ਲੈ ਪੁਜਿਓ ਦਿਓ ਨਵਾਬ ਸੁਨਾਏ, ਪਰ ਪਿੰਡ ਵਾਲੇ ਚੁੱਪ ਰਹੇ, ਦੇਖਦੇ ਰਹੇ। ਪਤਾ ਤਾਂ ਸੀ ਉਹਨਾਂ ਨੂੰ ਵੀ ਮਤਾਬ ਸਿੰਘ ਹੀ ਹੈ, ਸਾਡਾ ਭਾਈ ਹੈ, ਪਰ ਵਿਚਾਰੇ ਬੇਵੱਸ ਸਨ, ਕਹਿ ਵੀ ਨਹੀਂ ਸਕਦੇ ਵੀ ਛੱਡ ਦਿਓ, ਨਾ ਛਡਾ ਸਕਦੇ ਸਨ, ਸਰਕਾਰ ਦਾ ਜ਼ੋਰ ਸੀਗਾ। ਪਿੰਡ ਵਾਲੇ ਖਲੋਤੇ ਰਹੇ। ਮਤਾਬ ਸਿੰਘ ਦਾ ਗੱਡਾ ਹੱਕ ਕੇ ਭਗਤ ਨਿਰੰਜਨੀਆਂ ਲਾਹੌਰ ਲੈ ਗਿਆ। ਤਾਰੂ ਸਿੰਘ ਦਿਖਾਲ ਕੇ ਕਹਿਓ ਦੇਹੋ ਚਰਖ ਚੜਾਏ, ਜਾ ਕੇ ਜ਼ਕਰੀਆ ਖਾਨ ਕੋ ਪੇਸ਼ ਕੀਤਾ, ਲਓ ਜੀ ਇਹ ਮਤਾਬ ਸਿੰਘ ਫੜਿਆ ਗਿਆ। ਇਸ ਬੰਦੇ ਨੇ ਬੜਾ ਆਫਤ ਚਾਈ ਹੋਈ ਸੀ, ਬੜਾ ਵੱਡਾ ਕੰਮ ਕੀਤਾ, ਇਹਨੇ ਮੱਸੇ ਰੰਗੜ ਦਾ ਕਤਲ ਕੀਤਾ ਸੀ, ਇਹ ਉਹ ਬੰਦਾ ਹੈ। ਤੇ ਭਾਈ ਸਾਹਿਬ ਮਤਾਬ ਸਿੰਘ ਅਰਦਾਸ ਕਰਦੇ ਸੀ ਮੈਨੂੰ ਉੱਥੇ ਪਹੁੰਚਾ ਦੇਣ ਜਿੱਥੇ ਭਾਈ ਤਾਰੂ ਸਿੰਘ ਹਨ। ਜ਼ਕਰੀਆ ਦੇ ਮੂੰਹ ਤੋਂ ਕੀ ਨਿਕਲਿਆ? ਕਹਿੰਦਾ ਲੈ ਜਾਓ ਇਹਨੂੰ ਤਾਰੂ ਸਿੰਘ ਦੇ ਕੋਲ ਹੀ ਕੈਦ ਕਰ ਦਿਓ। ਜੋ ਗੁਰਸਿੱਖਾਂ ਦੇ ਮਨ ਦਾ ਫੁਰਨਾ ਹੁੰਦਾ ਉਹ ਮਹਾਰਾਜ ਪੂਰਾ ਕਰਦੇ।
ਭਾਈ ਮਤਾਬ ਸਿੰਘ ਨੂੰ ਤਾਰੂ ਸਿੰਘ ਦੇ ਕੋਲ ਉੱਥੇ ਪਹੁੰਚਾ ਦਿੱਤਾ, ਜਿੱਥੇ ਦੋਵਾਂ ਨੂੰ ਉਹਨਾਂ ਨੇ ਬੰਦ ਕੀਤਾ ਹੋਇਆ ਸੀ। ਹਾਂਜੀ। ਮਿਥੀ ਜਿਵੇਂ ਥੀ ਸਿੰਘ ਜੀ ਤਿਮ ਚੜਿਓ ਚਰਖ ਪਰ ਤਾਏ। ਕਹਿੰਦੇ ਚਰਖੜੀ ਤੇ ਚਾੜ ਦਿਓ ਇਹਨੂੰ। ਫਿਰ ਚਰਖੜੀ ਦਾ ਹੁਕਮ ਦਿੱਤਾ, ਭਾਈ ਮਤਾਬ ਸਿੰਘ ਨੂੰ ਚਰਖੜੀ ਤੇ ਚਾੜਿਆ ਗਿਆ। ਤਨ ਜਨਮ ਤਨ ਕਰਮ ਓਨ ਸਿੱਖੀ ਰੱਖ ਸਿਰ ਲਾਏ। ਧੰਨ ਭਾਈ ਮਤਾਬ ਸਿੰਘ ਜੀ, ਧੰਨ ਉਹਨਾਂ ਦਾ ਜਨਮ ਹੈ, ਧੰਨ ਉਹਨਾਂ ਦੀ ਕਮਾਈ ਹੈ। ਸਿੱਖੀ ਰੱਖ ਲਈ, ਚਰਖੜੀ ਤੇ ਚੜ ਕੇ ਸ਼ਹੀਦੀ ਪਾਈ। ਤਾਰੂ ਸਿੰਘ ਸੁਨ ਖੁਸ਼ ਪਇਓ ਸਿੰਘ ਚੜਿਓ ਚਰਖ ਸਿਤਾਬ। ਭਾਈ ਸਾਹਿਬ ਤਾਰੂ ਸਿੰਘ ਦੇ ਦਰਸ਼ਨ ਕਰਨ ਤੋਂ ਬਾਅਦ ਮਤਾਬ ਸਿੰਘ ਖੁਸ਼ ਹੋ ਗਿਆ, ਕਹਿਣ ਲੱਗਾ, ਭਾਈ ਸਾਹਿਬ ਜੀ ਬਸ ਤੁਹਾਡੇ ਦਰਸ਼ਨ ਕਰਨੇ ਸੀਗੇ, ਹੁਣ ਜੀਵਨ ਸਫਲ ਹੋ ਗਿਆ ਹੈ, ਹੁਣ ਸ਼ਹੀਦੀ ਪਾ ਜਾਵਾਂ ਤੇ ਕੋਈ ਡਰ ਨਹੀਂ ਹੈ। ਉਸ ਤੋਂ ਬਾਅਦ ਭਾਈ ਮਤਾਬ ਸਿੰਘ ਚਰਖੀ ਚਾੜ ਕੇ ਸ਼ਹੀਦ ਕੀਤੇ ਗਏ। ਤਸੀਹੇ ਬਹੁਤ ਦਿੱਤੇ ਗਏ ਉਹਨਾਂ ਨੂੰ। ਅਸਾ ਨਿਮਿਤ ਆਪ ਆ ਮਿਲਿਓ ਧੰਨ ਧੰਨ ਸਿੰਘ ਮਤਾਬ। ਤੇ ਭਾਈ ਤਾਰੂ ਸਿੰਘ ਵੀ ਹੈਰਾਨ, ਤੇ ਉਹ ਕਹਿੰਦਾ ਵੀ ਧੰਨ ਹੈ ਸਿੰਘਾ ਤੂੰ, ਸਾਡੇ ਵਾਸਤੇ ਤੂੰ ਇੱਥੇ ਆ ਕੇ ਮਿਲਿਆ ਹੈ। ਇੱਥੇ ਜੇਲ੍ਹ 'ਚ ਤੇ ਕੋਈ ਆ ਕੇ ਨਹੀਂ ਮਿਲਦਾ। ਮੌਤ ਜਦੋਂ ਆਉਂਦੀ ਉਦੋਂ ਕੌਣ ਸਾਥੀ ਬਣਦਾ? ਧੰਨ ਸਿੰਘ ਸਨ, ਮਰਨ ਵੇਲੇ ਦੇ ਸਾਥੀ ਬਣਦੇ ਸਨ। ਸੰਸਾਰ ਦੇ ਵਿੱਚ ਕੋਈ ਹੈ ਭਾਈ ਐਸਾ? ਸਕੇ ਭਰਾ ਨਹੀਂ ਮਰਦੇ ਭਰਾਵਾਂ ਦੇ ਨਾਲ। ਮਹਾਰਾਜ ਬਾਣੀ ਕਹਿੰਦੀ ਕੋਈ ਮਰੈ ਨਾ ਮੋਇਆ ਨਾਲੇ। ਮਰਨ ਲੱਗਿਆ ਕੋਈ ਨਾਲ ਮਰਨ ਨੂੰ ਤਿਆਰ ਹੈ? ਦੱਸੋ ਕਿਤਨਾ ਪਤਨੀ ਪਤੀ ਦਾ ਪਿਆਰ ਹੈ, ਇੱਕ ਦੂਜੀ ਦੀ ਜਾਨ ਹਨ। ਪਰ ਜੇ ਪਤੀ ਚੜ੍ਹਾਈ ਕਰ ਜਾਵੇ ਪਤਨੀ ਸਾਥ ਛੱਡ ਜਾਂਦੀ ਹੈ, ਜੇ ਪਤਨੀ ਕਰ ਜੇ ਪਤੀ ਛੱਡ ਜਾਂਦਾ। ਮਹਾਰਾਜ ਕਹਿੰਦੇ ਹੈ, ਘਰ ਕੀ ਨਾਰ ਬਹੁਤ ਹਿਤ ਜਾਸਿਉ ਸਦਾ ਰਹਿਤ ਸੰਗ ਲਾਗੀ। ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਇਹ ਵਿਦ ਕੋ ਵਿਵਹਾਰ ਬਨਿਓ ਹੈ ਜਾਸਿਉ ਲਿਹੋ ਨਿਹੋ ਲਗਾਇਓ। ਅੰਤ ਬਾਰ ਨਾਨਕ ਬਿਨ ਹਰ ਜੀ ਕੋਊ ਕਾਮ ਨਾ ਆਇਓ। ਪਰ ਧੰਨ ਗੁਰੂ ਕੇ ਸਿੱਖ ਭਾਈ ਤਾਰੂ ਸਿੰਘ ਜੀ ਨੂੰ ਮਿਲ ਕੇ ਉਹਨਾਂ ਤੋਂ ਪਹਿਲਾਂ ਹੀ ਸ਼ਹੀਦੀ ਪਾ ਗਏ ਮਤਾਬ ਸਿੰਘ ਜੀ। ਤਾਰੂ ਸਿੰਘ ਪਰ ਫਿਰ ਗੱਲ ਆਈ। ਹੁਣ ਭਾਈ ਸਾਹਿਬ ਤਾਰੂ ਸਿੰਘ ਵੱਲ ਜ਼ਕਰੀਏ ਦਾ ਧਿਆਨ ਗਿਆ। ਸੁਨੋ ਸੰਤ ਤੁਮ ਮਨ ਚਿਤ ਲਾਈ। ਇਹ ਖਾਲਸਾ ਜੀ ਇਹ ਕਥਾ ਸੁਣਨ ਵਾਲੀ ਹੈ। ਇਹ ਮਹਾਨ ਗੁਰਸਿੱਖ ਦੀ ਉਹ ਕਮਾਈ ਹੈ ਭਾਈ ਤਾਰੂ ਸਿੰਘ ਜੀ, ਜਿਹਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਹੈ। ਤਾਰੂ ਸਿੰਘ ਨਵਾਬ ਬੁਲਾਇਆ। ਤਾਰੂ ਸਿੰਘ ਨੂੰ ਨਵਾਬ ਨੇ ਜ਼ਕਰੀਏ ਨੇ ਆਪਣੀ ਕਚਹਿਰੀ 'ਚ ਪੇਸ਼ ਕਰਨ ਲਈ ਬੁਲਾਇਆ। ਉਹਨੇ ਅਹਦੀਨ ਆਨ ਮਿਲਾਇਆ। ਸਿਪਾਹੀ ਭਾਈ ਤਾਰੂ ਸਿੰਘ ਨੂੰ ਜ਼ਕਰੀਏ ਦੀ ਕਚਹਿਰੀ 'ਚ ਲੈ ਗਏ। ਵਾਹਿਗੁਰੂ ਕੀ ਫਤਿਹ ਬੁਲਾਈ। ਭਾਈ ਤਾਰੂ ਸਿੰਘ ਨੇ ਜ਼ਕਰੀਏ ਖਾਨ ਦੀ ਕਚਹਿਰੀ ਜਾ ਕੇ ਜਾਂਦਿਆਂ ਹੀ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ। ਅਕਾਲ ਅਕਾਲ ਕੈ ਊਚ ਸੁਨਾਈ। ਸਤਿ ਸ੍ਰੀ ਅਕਾਲ। ਅਕਾਲ ਹੀ ਅਕਾਲ ਇਹ ਜਕਾਰੇ ਗਜਾਏ। ਸੁਣਤ ਨਵਾਬਤ ਸੋਖਤ ਪਇਓ। ਕਚਹਿਰੀ ਕੰਬ ਗਈ ਜਦੋਂ ਅਕਾਲ ਅਕਾਲ ਦੇ ਜਕਾਰੇ ਗੂੰਜੇ। ਕਾਟ ਅੰਗੁਲ ਜਨ ਲੂਣ ਲਗਿਓ। ਕਹਿੰਦੇ ਜਿਵੇਂ ਕਿਸੇ ਦੀ ਉਂਗਲੀ ਵੱਡੀ ਹੋਵੇ ਤੇ ਉੱਤੇ ਲੂਣ ਲੱਗ ਜਾਵੇ, ਇੰਨਾ ਅੱਗ ਲੱਗੀ ਜ਼ਕਰੀਏ ਖਾਨ ਨੂੰ ਜਕਾਰੇ ਸੁਣ ਕੇ। ਤਾਰੂ ਸਿੰਘ ਜੀ ਤਬ ਕਹਿਓ ਤੂੰ ਸੁਣ ਬਾਤ ਨਵਾਬ। ਭਾਈ ਸਾਹਿਬ ਤਾਰੂ ਸਿੰਘ ਜੀ ਜ਼ਕਰੀਏ ਨੂੰ ਕਹਿਣ ਲੱਗੇ, ਆ ਨਵਾਬ ਜ਼ਕਰੀਆ ਖਾਨ, ਖਾਨ ਬਹਾਦਰ ਸੁਣ। ਹਮ ਤੁਮਰੋ ਨ ਬਿਗਾੜਿਓ ਤੁਮ ਕਿਮ ਦੇਤ ਅਜਾਬ। ਤੂੰ ਜ਼ੁਲਮ ਕਰ ਰਿਹਾ ਹੈ, ਦੱਸ ਮੈਂ ਤੇਰਾ ਕੀ ਵਿਗਾੜਿਆ ਹੈ, ਮੈਂ ਤੇਰਾ ਕੀ ਨੁਕਸਾਨ ਕੀਤਾ ਹੈ? ਕਿਉਂਕਿ ਭਾਈ ਮਤਾਬ ਤਾਰੂ ਸਿੰਘ ਜੀ ਪਿੰਡ ਦੇ ਵਿੱਚ ਆਪਣੀ ਕਿਰਤ ਕਰਕੇ ਪ੍ਰਸ਼ਾਦਾ ਛਕਦੇ ਸਨ। ਆਏ ਗਏ ਸਿੱਖ ਸਾਧੂ ਨੂੰ ਪ੍ਰਸ਼ਾਦਾ ਛਕਾਉਣਾ ਇਹ ਉਹਨਾਂ ਦਾ ਗੁਨਾਹ ਸੀ। ਇਹ ਕੋਈ ਗੁਨਾਹ ਹੈ? ਕੋਈ ਆ ਜਾਏ ਉਹਨੂੰ ਪ੍ਰਸ਼ਾਦਾ ਛਕਾਉਣਾ ਕਿੱਥੋਂ ਦਾ ਜ਼ੁਲਮ ਹੈ? ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਐਸੇ ਮਹਾਪੁਰਸ਼ ਸਨ। ਜੋ ਹਮ ਤੁਮਰੀ ਭੂਮ ਬਿਗਰੈ। ਕਹਿੰਦੇ ਅਸੀਂ ਤੇਰੀ ਕੋਈ ਜ਼ਮੀਨ ਤੇ ਕਬਜ਼ਾ ਕੀਤਾ ਹੈ, ਤੇਰੀ ਧਰਤੀ ਉਜਾੜੀ ਹੈ, ਕੋਈ ਬਰਬਾਦ ਕੀਤਾ ਤੇਰੇ ਮੁਲਕ ਨੂੰ? ਦੱਸ। ਹਾਂਜੀ। ਤੋ ਤੁਮ ਕੋ ਹਮ ਪੈਸੇ ਭਰੈ। ਹਾਂ, ਜੇ ਅਸੀਂ ਤੇਰੇ ਦੇਸ਼ 'ਚ ਰਹਿੰਦੇ ਆ ਤੇ ਤੈਨੂੰ ਪੈਸੇ ਵੀ ਭਰਦੇ ਸਨ। ਸਾਡੇ ਲੋਕ ਪੰਜਾਬ ਦੇ ਕਿਸੇ ਕੋਲ ਕਿੱਲਾ ਜ਼ਮੀਨ ਹੁੰਦੀ ਸੀ ਉੱਤੇ ਵੀ ਟੈਕਸ ਲਾਇਆ ਹੁੰਦਾ ਸੀਗਾ। ਬੜਾ ਜ਼ੁਲਮ ਕਰਦੇ ਸੀ। ਤੁਰਕ ਅੱਧਾ ਹੀ ਚੁੱਕ ਕੇ ਲੈ ਜਾਂਦੇ ਸੀ। ਜੇ ਘਰ 'ਚ ਖਾਣ ਨੂੰ ਭਾਵੇਂ ਕਿਸੇ ਦੇ ਦਾਣੇ ਰਹਿਣ ਨਾ ਰਹਿਣ ਉਹ ਲੈ ਜਾਂਦੇ ਸੀ ਚੱਕ ਕੇ। ਹਾਂਜੀ। ਓ ਜੋ ਵਣਜ ਵਪਾਰ ਪੀ ਕਰੈ। ਔਰ ਜਿਹੜੇ ਸਾਡੇ ਸਿੱਖ ਹਨ ਖੇਤੀਬਾੜੀ ਕਰਦੇ ਉਹ ਵੀ ਤੈਨੂੰ ਟੈਕਸ ਦਿੰਦੇ ਹਨ। ਜਿਹੜੇ ਸਾਡੇ ਸਿੱਖ ਵਣਜ ਵਪਾਰ ਕਰਦੇ ਹਨ ਪੰਜਾਬ ਦੇ ਵਿੱਚ ਉਹ ਵੀ ਤੈਨੂੰ ਟੈਕਸ ਦਿੰਦੇ ਹਨ। ਉਹ ਵੀ ਤੁਮਰੋ ਹਾਲਾ ਭਰੈ। ਉਹ ਵੀ ਹਾਲਾ ਭਰਦੇ ਹਨ, ਟੈਕਸ ਤਾਰਦੇ ਹਨ ਤੇਰਾ।
ਤੁਮਕੋ ਦੇ ਕੈ ਜੋ ਰਹਿ ਜਾਏ। ਤੈਨੂੰ ਦੇਣ ਤੋਂ ਬਾਅਦ ਕਿਸੇ ਕਿਸਾਨ ਦੇ ਖੇਤਾਂ 'ਚ ਕੋਈ 4 ਦਾਣੇ ਬਚ ਜਾਣ, ਉਹ ਆਪਣੇ ਬੱਚੇ ਨੂੰ ਸਾਲ ਭਰ ਰੋਟੀ ਖਵਾਉਂਦਾ ਹੈ। ਜੇ ਕਿਸੇ ਵਪਾਰੀ ਸਿੱਖ ਦੇ, ਦੁਕਾਨਦਾਰ ਸਿੱਖ ਦੀ ਦੁਕਾਨ 'ਚ ਟੈਕਸ ਤਾਰਨ ਤੋਂ ਬਾਅਦ ਕੁਝ ਬਚ ਜਾਵੇ, ਉਹ ਸਾਲ ਭਰ ਆਪਣੇ ਨਿਆਣਿਆਂ ਦਾ ਗੁਜ਼ਾਰਾ ਚਲਾਉਂਦਾ ਹੈ। ਤੇਰਾ ਕੀ ਲੈਨੇ ਆ ਅਸੀਂ ਗਰੀਬ ਸਿੱਖਾਂ, ਗੁਰੂ ਨਾਨਕ ਨੂੰ ਮੰਨਦੇ ਆ, ਗੁਰੂ ਗੋਬਿੰਦ ਸਿੰਘ ਨੂੰ ਮੰਨਦੇ ਆ। ਅਸੀਂ ਕਿਸੇ ਦਾ ਹੱਕ ਖੋ ਕੇ ਨਹੀਂ ਖਾਂਦੇ, ਆਪਣੀ ਮਿਹਨਤ ਦੀ ਰੋਟੀ ਖਾਂਦੇ ਆ। ਫਿਰ ਤੂੰ ਕਿਉਂ ਸਾਨੂੰ ਦੁੱਖ ਦਿੰਦਾ ਹੈ? ਭਾਈ ਤਾਰੂ ਸਿੰਘ ਆਪਣੀ ਗੱਲ ਨਹੀਂ ਕਰ ਰਿਹਾ, ਪੂਰੇ ਪੰਥ ਦੀ ਗੱਲ ਕਰ ਰਿਹਾ, ਪੂਰੇ ਪੰਜਾਬ ਦੀ ਗੱਲ ਕਰ ਰਿਹਾ। ਉਹ ਕਹਿੰਦਾ ਅਸੀਂ ਪੰਜਾਬ ਦੇ ਲੋਕ ਹਾਂ, ਮਿਹਨਤ ਕਰਕੇ ਰੋਟੀ ਖਾਂਦੇ ਆ, ਤੈਨੂੰ ਟੈਕਸ ਵੀ ਤਾਰਦੇ ਆ, ਫਿਰ ਤੂੰ ਸਾਡੇ ਤੇ ਜ਼ੁਲਮ ਕਿਉਂ ਕਰਦਾ ਹੈ? ਸੋ ਹਮ ਆਪਣੇ ਪੇਟਨ ਪਾਏ। ਬਚਿਆ ਖੁਚਿਆ ਸਰਕਾਰੀ ਟੈਕਸ ਤਾਰਨ ਤੋਂ, ਕਿਉਂਕਿ ਸਾਧ ਸੰਗਤ ਜੀ ਹੁਣ ਤਾਂ ਗੱਲਾਂ ਕੁਝ ਹੋਰ ਨੇ। ਉਦੋਂ ਤਾਂ ਡੰਡਾ ਹੀ ਪੀਰ ਸੀਗਾ, ਸਿਪਾਹੀ ਆਉਂਦੇ ਸੀ, ਵੇਖਿਆ ਵੀ ਕਿਸੇ ਦੀ ਫਸਲ ਚੰਗੀ ਹੋਈ ਹੈ, ਅੱਧੀ ਲੈ ਲਓ ਕਹਿੰਦੇ। ਹੁਣ ਜਦ 2-4 ਕਿੱਲਿਆਂ ਚੋਂ ਅੱਧੀ ਫਸਲ ਚਲੀ ਗਈ, ਸਾਲ ਕੀ ਬਚਿਆ ਪਿੱਛੇ, ਖਰਚਾ ਹੀ ਨਹੀਂ ਪੂਰਾ ਹੁੰਦਾ, ਬੀਜ ਹੀ ਨਹੀਂ ਨਿਕਲਦਾ, ਉਹ ਲੈ ਜਾਂਦੇ ਸੀਗੇ। ਤੇ ਕੌਣ ਰੋਕੇ? ਉਹ ਕਹਿੰਦੇ ਵੀ ਭਾਈ ਤਾਰੂ ਸਿੰਘ ਕਹਿੰਦੇ ਦੇਖੋ ਅਸੀਂ ਤੁਹਾਨੂੰ ਟੈਕਸ ਭਰਦੇ ਆ, ਦੁਕਾਨਦਾਰ ਵੀ ਭਰਦੇ ਨੇ, ਕਾਰੋਬਾਰ ਵਾਲੇ ਸਿੱਖ ਵੀ ਭਰਦੇ ਨੇ, ਤੇ ਖੇਤੀ ਵਾਲੇ ਜ਼ਿਮੀਂਦਾਰ ਸਿੱਖ ਵੀ ਭਰਦੇ ਨੇ। ਸਾਰਾ ਪੰਜਾਬ ਸਿੱਖਾਂ ਦਾ ਹੈ ਔਰ ਤੁਹਾਨੂੰ ਟੈਕਸ ਤਾਰਦੇ ਆ। ਹਾਂਜੀ, ਆਪਣੋ ਤਨ ਪੇਟ ਰਾਖੈ ਊਨੀ। ਅਸੀਂ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ, ਅਸੀਂ ਗੁਰੂ ਕੇ ਸਿੱਖ, ਮਿਹਨਤ ਦੀ ਕਰੜੀ ਮਿਹਨਤ ਦੀ ਰੋਟੀ ਖਾਂਦੇ ਆ, ਆਪਣਾ ਢਿੱਡ ਫਿਰ ਵੀ ਨਹੀਂ ਭਰਦਾ ਸਾਡਾ, ਸਾਨੂੰ ਰੱਜ ਦੀ ਰੋਟੀ ਨਹੀਂ ਮਿਲਦੀ, ਸਾਡੇ ਬੱਚੇ ਭੁੱਖੇ ਵਿਲਕਦੇ ਆ, ਪਰ ਤੁਹਾਡੀ ਸਰਕਾਰ ਚੱਲਦੀ ਹੈ ਸਾਡੇ ਸਿਰ ਤੇ। ਹਾਂਜੀ, ਦੇ ਤੌਰ ਕੋ ਚਬਨ ਚਬੂਨੀ। ਅਸੀਂ ਕਈ ਵਾਰੀ ਰੋਟੀ ਖਾਂਦੇ ਆ ਤੇ ਕਈ ਵਾਰੀ ਛੋਲੇ ਭੁੱਜੇ ਚੱਬ ਕੇ, ਮੱਕੀ ਦੇ ਦਾਣੇ ਭੁੰਨੇ ਖਾ ਕੇ, ਹੋਲਾ ਭੁੰਨ ਕੇ ਗੁਜ਼ਾਰਾ ਕਰਦੇ ਆ। ਤੁਸੀਂ ਸਾਡੇ ਸਿਰ ਦੇ ਉੱਤੇ ਮੇਵੇ ਖਾਂਦੇ ਹੋ। ਹਾਂਜੀ, ਕਹੋ ਤੇਰੀ ਕਿਆ ਗੰਠੋਂ ਜਾਏ। ਆ ਜ਼ਕਰੀਆ ਖਾਂ, ਭਾਈ ਤਾਰੂ ਸਿੰਘ ਦੇਖੋ ਕਿੱਡੇ ਨਿਡਰ ਹਨ, ਪੂਰੇ ਪੰਜਾਬ ਦੀ ਆਵਾਜ਼ ਬੁਲੰਦ ਕਰ ਰਹੇ ਆ। ਐ ਜ਼ਕਰੀਆ ਖਾਂ ਤੇਰੀ ਗੰਢੋਂ ਕੀ ਜਾਂਦਾ ਹੈ? ਤੇਰੇ ਪੱਲਿਓਂ ਕੀ ਜਾਂਦਾ ਹੈ? ਕੋਈ ਪੰਜਾਬ ਦੇ ਕਿਸੇ ਗਰੀਬ ਨੂੰ ਰੋਟੀ ਖਵਾਈ ਹੈ ਤੂੰ? ਕਦੀ ਕਿਤੇ ਲੰਗਰ ਲਾਇਆ ਕਾਲ ਪਿਆਂ ਦੇ ਉੱਤੇ? ਹਾਲਾਂਕਿ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਬਈ ਦੇਸ਼ ਦੇ ਵਿੱਚ ਕੋਈ ਭੁੱਖਾ ਨਾ ਸੋਵੇ, ਕੋਈ ਗਰੀਬ ਨਾ ਰਵੇ। ਲੰਗਰ ਗੁਰੂ ਨਾਨਕ ਦਾ ਚੱਲਦਾ ਤੇ ਟੈਕਸ ਤੂੰ ਲੈਣਾ ਲੋਕਾਂ ਤੋਂ। ਹਾਂਜੀ, ਹਮਕੋ ਤੁਮ ਕਿਮ ਦੇਤ ਸਜਾਏ। ਉਲਟਾ ਸਾਨੂੰ ਕਿਸਾਨਾਂ ਨੂੰ, ਜ਼ਿਮੀਂਦਾਰਾਂ ਨੂੰ, ਦੁਕਾਨਦਾਰ, ਗਰੀਬ ਸਿੱਖਾਂ ਨੂੰ ਚਰਖੜੀਆਂ ਤੇ ਚਾੜ ਰਿਹਾ, ਉਹਨਾਂ ਨੂੰ ਸਜ਼ਾਵਾਂ ਦੇ ਰਿਹਾ, ਤੂੰ ਤਸੀਹੇ ਦੇ ਰਿਹਾ। ਇਹ ਕਿੱਧਰ ਦਾ ਕਾਨੂੰਨ, ਕਿੱਧਰ ਦਾ ਨਿਆਂ ਹੈ ਤੇਰਾ? ਨਵਾਬ ਅਗੇ ਥੋਂ ਕ੍ਰੋਧੈ ਭਰਿਓ। ਜ਼ਕਰੀਆ ਖਾਂ ਅੱਗੇ ਹੀ ਸੜਿਆ ਬਲਿਆ ਸੀ। ਭਾਈ ਸਾਹਿਬ ਮਤਾਬ ਸਿੰਘ ਜੀ, ਤਾਰੂ ਸਿੰਘ ਵਰਗੇ ਸਿੰਘਾਂ ਦੀਆਂ ਸ਼ਿਕਾਇਤਾਂ ਉਹਦੇ ਕੋਲ ਪਹਿਲਾਂ ਹੀ ਚੁਗਲਾਂ ਨੇ ਬੜੀਆਂ ਵਧਾ ਚੜਾ ਕੇ ਲਾਈਆਂ ਹੋਈਆਂ ਸਨ। ਫਿਰ ਕਚਹਿਰੀ ਜਾ ਕੇ ਜਦੋਂ ਅਕਾਲ ਗਜਾ ਦਿੱਤਾ ਤੇ ਸੜ ਗਿਆ। ਜਦੋਂ ਆਹ ਸਵਾਲ ਕੀਤਾ ਨਾ, ਇਹ ਹੁਣ ਰਾਜਨੀਤੀ ਦਾ ਸਵਾਲ ਹੈ, ਬੜਾ ਔਖਾ। ਉਸ ਵੇਲੇ ਕੌਣ ਸੁਣਦਾ ਸੀ ਨਾ ਗੱਲਾਂ ਨੂੰ? ਭਾਈ ਤਾਰੂ ਸਿੰਘ ਨੇ ਬੋਲਿਆ, ਕਹਿਣ ਲੱਗਾ ਕਿਸਾਨ, ਜ਼ਿਮੀਂਦਾਰ, ਗਰੀਬ ਸਿੱਖ, ਦੁਕਾਨਦਾਰ ਆਪਣਾ ਢਿੱਡ ਵੱਢ ਕੇ ਤੈਨੂੰ ਟੈਕਸ ਦਿੰਦੇ ਆ ਤੇ ਤੂੰ ਉਹਨਾਂ ਨੂੰ ਹੀ ਮਾਰੀ ਜਾਂਦਾ। ਜਦੋਂ ਇਹ ਗੱਲਾਂ ਕਹੀਆਂ ਤੇ ਉਸ ਵੇਲੇ ਅੱਗ ਨਾਲ ਸੜ ਕੇ ਕੋਲਾ ਹੋ ਗਿਆ। ਹਾਂਜੀ, ਮੁਖਤੇ ਖੋਟਾ ਬਚਨ ਉਚਰਿਓ। ਲਾਲ ਪੀੜਾ ਹੋ ਕੇ ਕਹਿਣ ਲੱਗਾ, ਨਵਾਬ ਕਹੈ ਤੂੰ ਹੋ ਮੁਸਲਮਾਨ। ਓਏ ਤਾਰੂ ਸਿੰਘ, ਬਹੁਤੀ ਬਦ ਜ਼ਬਾਨੀ ਨਾ ਕਰ ਮੇਰੇ ਨਾਲ। ਤੇਰੇ ਵਾਸਤੇ ਕਾਨੂੰਨ ਜੋ ਦੱਸਦਾ ਤੈਨੂੰ ਮੈਂ, ਮੁਸਲਮਾਨ ਬਣ ਜਾ, ਇਸਲਾਮ ਕਬੂਲ ਕਰ ਲੈ। ਤੂੰ ਛਡਾਵੇਂਗਾ ਤੁਮਰੀ ਜਾਨ। ਤੂੰ ਛਡਾਵਾਂਗਾ ਤੁਮਰੀ ਜਾਨ, ਮੈਂ ਤੇਰੀ ਜਾਨ ਛਡਾ ਦਿਆਂਗਾ, ਤੈਨੂੰ ਰਿਹਾ ਕਰਾ ਦਿਆਂਗਾ। ਸਿੰਘ ਕਹਿਓ ਹਮ ਡਰ ਕਿਆ ਜਾਨ। ਭਾਈ ਤਾਰੂ ਸਿੰਘ ਕਹਿੰਦਾ ਅੱਜ ਤਾਂ ਹੀ ਕੋਈ ਸਿੱਖ ਮੁਸਲਮਾਨ ਬਣਿਆ ਤਾਂ ਮੈਨੂੰ ਵੀ ਕਹਿ ਦੇ। ਜੇ ਅੱਜ ਤੱਕ ਕੋਈ ਵੀ ਸਿੱਖ ਮੁਸਲਮਾਨ ਬਣਿਆ ਤੇ ਮੈਨੂੰ ਵੀ ਇਹ ਸਵਾਲ ਪਾਸ ਸ਼ਾਇਦ ਮੈਂ ਵੀ ਸੋਚ ਲੈਂਦਾ। ਪਰ ਤੈਨੂੰ ਪਤਾ ਹੋਣਾ ਚਾਹੀਦਾ, ਕਦੀ ਸਿੱਖ ਕਿਸੇ ਨੇ ਇਸਲਾਮ ਨਹੀਂ ਕਬੂਲਿਆ, ਕਿਸੇ ਨੇ ਆਪਣਾ ਧਰਮ ਨਹੀਂ ਛੱਡਿਆ। ਅੱਜ ਤੱਕ ਤਾਂ ਹੋਇਆ ਨਹੀਂ, ਅੱਗੇ ਕਿਵੇਂ ਹੋ ਜਾਏਗਾ? ਹਾਂਜੀ, ਹਮ ਹੋਵੇਂ ਕਿਮ ਮੁਸਲਮਾਨ। ਅਸੀਂ ਕਿਵੇਂ ਮੁਸਲਮਾਨ ਬਣ ਸਕਦੇ ਹਾਂ? ਮੁਸਲਮਾਨ ਕਰ ਮਰੋ ਕੇ ਨਾਹੀ। ਕਿਆ ਮੁਸਲਮਾਨ ਬਣ ਕੇ ਮਰਨਾ ਨਹੀਂ? ਜੇ ਮੁਸਲਮਾਨ ਬਣ ਕੇ ਮੌਤ ਨਹੀਂ ਆਉਂਦੀ ਫਿਰ ਤਾਂ ਬਣ ਵੀ ਜਾਈਏ, ਪਰ ਸਾਰੇ ਮੁਸਲਮਾਨ ਵੀ ਤਾਂ ਮਰਦੇ ਹਨ। ਹਾਂਜੀ,
ਜੋ ਫਿਰ ਮਰੋ ਕਿਮ ਧਰਮ ਗਵਾਈ। ਜੇ ਫਿਰ ਵੀ ਮਰਨਾ ਫਿਰ ਧਰਮ ਗਵਾ ਕੇ ਕਿਉਂ ਮਰੀਏ, ਆਪਣੇ ਧਰਮ ਵਿੱਚ ਹੀ ਰਹਿ ਕੇ ਮਰਾਂਗੇ। ਚਾਹੀਏ ਨਵਾਬ ਤੇ ਧਰਮ ਰਖਾਇਆ। ਹਾਂ, ਇਹ ਨਵਾਬ ਸਾਨੂੰ ਧਰਮ ਜਾਣ ਨਾਲੋਂ ਕਿਤੇ ਪਿਆਰਾ ਹੈ। ਕੇਸੀ ਸਾਸੀ ਨਿਬਾਹੋਂ ਕਰਾਇਆ। ਸਤਿਗੁਰਾਂ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏਗੀ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਫਿਰ ਨਵਾਬ ਇਹੀ ਕਹੀ ਜਿੰਦ ਚਾਹੇ ਤਾਂ ਆਵੋ ਦੀਨ। ਫਿਰ ਜ਼ਕਰੀਆ ਬੋਲਿਆ, ਕਹਿਣ ਲੱਗਾ, ਕਾਕਾ ਅਜੇ ਤੇਰੀ ਉਮਰ ਛੋਟੀ ਹੈ, ਤੇਰੀ ਉਮਰ ਅਜੇ 26-27 ਸਾਲ ਦੀ ਹੈ। ਅਜੇ ਤੂੰ ਆਪਣੀ ਜ਼ਿੰਦਗੀ, ਆਪਣੀ ਜਵਾਨੀ, ਆਪਣੇ ਪਰਿਵਾਰ, ਆਪਣੀ ਮਾਂ, ਆਪਣੀ ਭੈਣ ਵੱਲ ਦੇਖ, ਮੁਸਲਮਾਨ ਬਣ ਜਾ। ਔਰ ਜੋ ਚਾਹੇ ਮੰਗ ਸੋ ਤਾਨਰ ਮੁਲਕ ਜ਼ਮੀਨ। ਔਰ ਜੋ ਮੰਗੇਗਾ ਦਿਆਂਗਾ। ਪੈਸਾ ਜਿੰਨਾ ਮਰਜ਼ੀ ਲਈ, ਜ਼ਮੀਨ ਜਿੰਨੀ ਮਰਜ਼ੀ ਲਈ, ਮੁਲਕ ਜਿੰਨਾ ਮਰਜ਼ੀ ਸਾਂਭੀ, ਤੈਨੂੰ ਹਕੂਮਤਾਂ ਵਿੱਚ ਸ਼ਰੀਕ ਕਰਾਂਗੇ, ਵੱਡੇ ਅਹੁਦੇ ਦਿਆਂਗੇ। ਔਰ ਮੁਗਲਨ ਪਠਾਨਨ ਬੇਟੀ ਲੈ ਹੋ। ਔਰ ਮੁਗਲਾਂ ਪਠਾਣਾਂ ਦੀਆਂ ਬੇਟੀਆਂ ਬੇਗਮਾਂ ਬਣਾਵਾਂਗਾ ਤੇਰੀਆਂ। बीच हवेलन बास करे हो। ਔਰ ਬੜੀਆਂ ਬੜੀਆਂ ਵਧੀਆ ਹਵੇਲੀਆਂ ਦੇ ਵਿੱਚ ਰਹਿਣ ਨੂੰ ਤੈਨੂੰ ਚੰਗੇ ਮਕਾਨ ਸੁੰਦਰ ਦਿਆਂਗਾ। तब सिंह जी ने बचन उचारो। ਤਾਂ ਭਾਈ ਤਾਰੂ ਸਿੰਘ ਸਾਹਿਬ ਜੀ ਬੋਲੇ, सो देओ हम जो लगे प्यार। ਦੇਖ ਜ਼ਕਰੀਆ ਖਾਨ, ਜਿਹੜੀ ਚੀਜ਼ ਅਸੀਂ ਮੰਗਦੇ ਹਾਂ ਉਹ ਦੇ। ਜਿਹੜੀ ਤੂੰ ਕਹਿ ਰਿਹਾ ਉਹ ਸਾਨੂੰ ਪਸੰਦ ਨਹੀਂ, ਪਰ ਜਿਹੜੀ ਅਸੀਂ ਮੰਗਦੇ ਹਾਂ ਉਹ ਦੇ ਦੇ ਸਾਨੂੰ। तू जे हम पे है मेहरबान। ਜੇ ਤੂੰ ਸਾਡੇ ਤੇ ਮਿਹਰਬਾਨੀ ਕਰਦਾ ਹੈ, ਬਹੁਤ ਹੀ ਖੁਸ਼ ਹੈ ਸਾਡੇ ਉੱਤੇ, आख हमें ना हो मुसलमान। ਤਾਂ ਮਿਹਰਬਾਨੀ ਕਰਕੇ ਸਾਨੂੰ ਇਹ ਗੱਲ ਕਹਿਣੀ ਛੱਡ ਦੇ ਵੀ ਮੁਸਲਮਾਨ ਬਣ ਜਾ। ਜੇ ਤੂੰ ਮਿਹਰਬਾਨੀ ਕਰਨੀ ਹੈ ਤਾਂ ਇਹ ਗੱਲ ਨਾ ਕਹਿ ਵੀ ਇਹ ਸ਼ਬਦ ਸਾਡੇ ਕੰਨ 'ਚ ਚੰਗਾ ਨਹੀਂ ਲੱਗਦਾ, ਹੋਰ ਗੱਲ ਕਰ ਕੋਈ। तू दस हमें कछ ऐसे राहो। ਹਾਂ, ਕੋਈ ਇਹੋ ਜਿਹਾ ਰਾਹ ਦੱਸ ਸਾਨੂੰ, केसी सासी होए निबाहो। ਕੇਸੀ ਸਵਾਸੀ ਨਿਭਾ ਹੋ ਜਾਵੇ। तब नवाब गुस्सा खाया। ਇਹ ਸੁਣ ਕੇ ਜਦੋਂ ਭਾਈ ਸਾਹਿਬ ਨੇ ਕਿਹਾ ਕੇਸੀ ਸਵਾਸੀ ਨਿਭ ਜਾਵੇ ਸਿੱਖੀ, ਤੇ ਸੜ ਗਿਆ ਜ਼ਕਰੀਆ ਖਾਨ। ਹਾਂਜੀ, मुख ते खोटा बचन सुनाया। ਖੋਟੇ ਬਚਨ ਕਰਨ ਲੱਗਾ। जोतन साध करो बाल दूर। ਕਹਿਣ ਲੱਗਾ, ਤਾਰੂ ਸਿੰਘ, ਜਿਹੜੇ ਤੂੰ ਕੇਸ ਕਹੀ ਜਾਣਾ, ਜੁੱਤੀਆਂ ਮਾਰ ਕੇ ਤੇਰੇ ਸਿਰ ਦੇ ਵਾਲ ਉਡਾ ਦਿਆਂਗਾ। नाइन कहो सिर मुनो जरूर। ਤੇ ਕਹਿਣ ਲੱਗਾ, ਨਾਈ ਨੂੰ ਬੁਲਾਓ, ਇਹਦਾ ਹੁਣੇ ਮੇਰੇ ਸਾਹਮਣੇ ਸਿਰ ਮੁੰਨੋ। तब तारू सिंह उस कहो वह जूत तुम्हारे पाहे। ਭਾਈ ਤਾਰੂ ਸਿੰਘ ਜੀ ਅੱਗੋਂ ਬੋਲੇ, ਕਹਿਣ ਲੱਗੇ, ਜ਼ਕਰੀਆ ਖਾਨ, ਤੂੰ ਕੀ ਜੁੱਤੀਆਂ ਮਾਰ ਕੇ ਕੇਸ ਉਡਾਏਗਾ? ਮੇਰੀ ਤਾਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏਗੀ, ਪਰ ਤੇਰੇ ਸਿਰ ਤੇ ਜੁੱਤੀਆਂ ਪੈਣਗੀਆਂ, ਤੂੰ ਮੇਰੀ ਜੁੱਤੀ ਅੱਗੇ ਲਾ ਕੇ ਨਰਕਾਂ 'ਚ ਜਾਏਗਾ। ਹਾਂਜੀ, जो सिख पूरे सतगुरु तिन सिर केस निभाहे। ਜਿਹੜੇ ਗੁਰੂ ਦੇ ਪੂਰੇ ਸਿੱਖ ਹਨ, ਉਹਨਾਂ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਹੀ ਨਿਭਦੀ ਹੈ। तब नवाब ने नौवे लगाए। ਸੋ ਨਊਏ ਨਾਈ, ਨਵਾਬ ਨੇ ਉਸੇ ਵੇਲੇ ਨਾਈ ਸੱਦ ਲਏ। उनके संद खुंडे हो आए। ਸਾਧ ਸੰਗਤ ਜੀ ਦੇਖੋ, ਇਹ ਗ੍ਰੰਥ ਅੱਜ ਤੱਕ ਲਿਖਿਆ ਕੋਈ ਨਹੀਂ। ਇਹ ਗ੍ਰੰਥ ਲਿਖੇ ਨੂੰ ਪੂਰੇ 175 ਸਾਲ ਹੋ ਗਏ ਆ। ਸਾਨੀ 1843 'ਚ ਸੰਪੂਰਨ ਹੋਇਆ, ਉਸ ਤੋਂ ਪਹਿਲਾਂ ਹੀ ਲਿਖਿਆ। ਸੰਪੂਰਨ ਤਾਂ 43 'ਚ ਹੋਇਆ, 1843 'ਚ। ਤੇ ਅੱਜ ਕਈ ਗਿਆਨੀ ਕਹਿੰਦੇ ਆ ਜੀ ਇਹ ਗੱਲ ਕਿਵੇਂ ਹੋ ਗਈ ਵੀ ਨਾਈਆਂ ਦੇ ਕੋਲ ਕੇਸ ਕਿਉਂ ਨਹੀਂ ਕੱਟੇ ਗਏ। ਪਰ ਉਹ ਗਿਆਨੀ ਅਸਲ ਵਿੱਚ ਅਗਿਆਨਤਾ ਦਾ ਪ੍ਰਚਾਰ ਕਰ ਰਹੇ ਆ। ਸ਼ਰਧਾ ਉਹਨਾਂ ਦੇ ਅੰਦਰ ਵਿਸ਼ਵਾਸ ਹੈ ਨਹੀਂ। ਉਹਨਾਂ ਨੂੰ ਪਤਾ ਨਹੀਂ ਕਿ ਪਰਮੇਸ਼ਰ ਚਾਹੇ ਕੁਝ ਵੀ ਕਰ ਸਕਦਾ ਹੈ। ਨਾਈਆਂ ਦੇ ਸੰਦ ਉਸਤਰੇ ਖੁੰਡੇ ਹੋ ਗਏ, ਕੇਸ ਨਹੀਂ ਕੱਟੇ, ਇੱਕ ਵੀ ਕੇਸ ਨਹੀਂ ਕੱਟਿਆ ਗਿਆ ਭਾਈ ਸਾਹਿਬ ਜੀ ਦਾ। जिम जिम नौवे फिर लगावे। ਉਹ ਮੁੜ ਮੁੜ ਕੇ ਨਾਈ ਆਉਂਦੇ ਕੇਸ ਕੱਟਣ ਲਈ। तिम तिम उन हाथ पैड़े पावे। ਉਹਨਾਂ ਦੇ ਹੱਥ ਭੈੜੇ ਪੈਂਦੇ, ਹੱਥ ਕੰਬਦੇ ਆ ਉਹਨਾਂ ਦੇ। ਪਰਮੇਸ਼ਰ ਦੀ ਕਲਾ ਕੋ ਸ਼ਹੀਦੀ ਪਹਿਰਾ ਵਰਤ ਗਿਆ। ਹੱਥ ਜਿਹੜੇ ਸੀ ਕੰਬਣ ਲੱਗ ਪਏ ਨਾਈਆਂ ਦੇ। ਕੇਸ ਇੱਕ ਵੀ ਨਹੀਂ ਕੱਟਿਆ ਜਾਂਦਾ ਉਹਨਾਂ ਕੋਲੋਂ। जिम जो नौयन नवाब डरावे। ਤੇ ਨਵਾਬ ਉੱਤੋਂ ਝਟਕਾ ਦਿੰਦਾ, ਛੇਤੀ ਕਰੋ, ਕੱਟਦੇ ਕਿਉਂ ਨਹੀਂ? ਉਹ ਸਾਹਮਣੇ ਬਿਠਾ ਕੇ ਕੜਕਦਾ ਜ਼ਕਰੀਆ ਖਾਨ, ਡਰਾਉਂਦਾ ਉਹਨਾਂ ਨੂੰ, ਕੱਟੋ ਕੇਸ ਇਹਦੇ, ਵਾਲ ਕੱਟੋ। ਹਾਂਜੀ, तिम तिम नौवन हाथ कंपावे। ਤੇ ਨਾਈਆਂ ਦੇ ਹੱਥ ਕੰਬਦੇ ਆ। ਪਤਾ ਨਹੀਂ, ਉਹ ਕਹਿੰਦੇ ਸਾਡੇ ਕੋਲੋਂ ਜੀ ਹੱਥ ਕੰਮ ਹੀ ਨਹੀਂ ਕਰ ਰਹੇ, ਸਾਡੇ ਉਸਤਰੇ, ਸਾਡੀਆਂ ਕੈਂਚੀਆਂ ਖੁੰਡੀਆਂ ਹੋ ਗਈਆਂ ਨੇ।
ਕਲਾ ਖਾਲਸੇ ਤਬ ਐਸੀ ਕਈ। ਆਹਾ ਭਾਈ ਰਤਨ ਸਿੰਘ ਜੀ ਕਹਿੰਦੇ ਐਸੀ ਕਲਾ ਸ਼ਹੀਦਾਂ ਸਿੰਘਾਂ ਨੇ ਖਾਲਸੇ ਨੇ ਵਰਤਾ ਦਿੱਤੀ। ਨੌਵਾਂ ਦਿਸ਼ਟ ਮੰਦ ਤਬ ਪਈ। ਉਹਨਾਂ ਨੂੰ ਨਜ਼ਰ ਹੀ ਆਉਣਾ ਹਟ ਗਿਆ, ਅੱਖਾਂ ਦਾ ਕੰਮ ਘਟ ਗਈਆਂ, ਖਤਮ ਹੋ ਗਿਆ ਅੱਖਾਂ ਦਾ, ਨਾਈਆਂ ਦੀ ਨਜ਼ਰ ਅੰਧਰੇਟਾ ਛਾ ਗਿਆ। ਨਵਾਬ ਕਹਿਓ ਇਨ ਜਾਦੂ ਚਲਾਇਆ। ਜਦੋਂ ਵੇਖਿਆ ਵੀ ਨਾਈ ਪਿਛਾਂ ਹਟ ਗਏ, ਉਹਨਾਂ ਦੇ ਹੱਥੋਂ ਕੈਂਚੀਆਂ ਡਿੱਗ ਪਈਆਂ, ਤੇ ਜ਼ਕਰੀਆ ਖਾਂ ਕਹਿੰਦਾ ਤਾਰੂ ਸਿੰਘ ਨੇ ਜਾਦੂ ਕਰ ਦਿੱਤਾ। ਹਾਂਜੀ, ਕਹਿ ਨੌਨ ਕਛ ਲੱਭ ਦਿਵਾਇਆ। ਜਾਂ ਇਹ ਨਾਈ ਵੀ ਮਿਲੇ ਹੋਏ ਨੇ, ਲਾਲਚ ਵਿੱਚ ਆਏ ਕਿਤੇ ਸਿੱਖਾਂ ਕੋਲੋਂ ਪੈਸੇ ਲੈਂਦੇ ਹੋਣੇ ਨੇ। ਹਾਂਜੀ, ਅਬ ਲਿਆਵੋ ਮੋਚੀ ਦੋ ਚਾਰ। ਕਹਿਣ ਲੱਗਾ ਜਾਓ ਮੋਚੀਆਂ ਨੂੰ ਲੈ ਕੇ ਆਓ। ਮੋਚੀ ਜਿਹੜੇ ਰੰਬੀਆਂ ਦੇ ਨਾਲ ਉਹਨਾਂ ਦੇ ਕੋਲ ਰੰਬੀ ਹੁੰਦੀ ਹੈ, ਮੋਚੀਆਂ ਕੋਲ ਉਹ ਚਮੜਾ ਕੱਟਦੇ ਆ, ਤਿੱਖੀ ਬਹੁਤ ਹੁੰਦੀ ਆ ਉਹ ਚਮੜਾ ਕੱਟਣ ਵਾਲੀ ਰੰਬੀ, ਉਹ ਲਿਆਓ। ਹਾਂਜੀ, ਖੋਪਰੀ ਸਾਤ ਦੇਹੋ ਬਾਲ ਉਤਾਰ। ਉਹ ਜਿਹੜੀ ਰੰਬੀ ਹੁੰਦੀ ਹੈ ਨਾ ਮੋਚੀ ਦੀ, ਬਹੁਤ ਪੱਥਰ ਤੇ ਘਸਾ ਕੇ ਤਿੱਖੀ ਬਲੇਡ ਵਰਗੀ ਕੀਤੀ ਹੁੰਦੀ ਹੈ, ਤੇ ਉਹਦੇ ਨਾਲ ਇੱਥੋਂ ਧਰ ਕੇ ਗਿੱਚੀ ਤੋਂ ਕਹਿੰਦੇ ਇਹਦੀ ਉੱਪਰ ਵਾਲੀ ਖਲ ਕੱਟ ਕੇ ਇਹਦੀ ਖੋਪਰੀ ਲਾਹ ਦਿਓ, ਵਾਲ ਵੀ ਲਾਹ ਦਿਓ। ਹਾਂਜੀ, ਤਬ ਸਿੰਘ ਜੀ ਬਹੁ ਭਲੀ ਮਨਾਈ। ਤਾਂ ਭਾਈ ਸਾਹਿਬ ਤਾਰੂ ਸਿੰਘ ਜੀ ਬੜੇ ਖੁਸ਼ ਹੋਏ। ਸਾਤ ਕੇਸਨ ਕੇ ਖੋਪਰੀ ਜਾਈ। ਕਹਿਣ ਲੱਗੇ ਸ਼ੁਕਰ ਹੈ ਸੱਚੇ ਪਾਤਸ਼ਾਹ, ਕੇਸਾਂ ਦੇ ਨਾਲ ਖੋਪਰੀ ਵੀ ਜਾਏਗੀ। ਤੋ ਵੀ ਹਮਰੋ ਬਚਨ ਰਹਾਈ। ਸਾਡਾ ਬਚਨ ਤਾਂ ਰਹਿ ਜਾਏਗਾ ਨਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇਗੀ। ਸਿੱਖੀ ਕੀ ਗੁਰ ਪੈਜ ਰਖਾਈ। ਗੁਰੂ ਆਪ ਆਪਣੇ ਸਿੱਖ ਦੀ ਪੈਜ ਰੱਖੇਗਾ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਾਉਣ ਦਾ ਆਰਡਰ ਹੋ ਗਿਆ, ਤੇ ਉਧਰੋਂ ਮੋਚੀ ਆ ਗਏ। ਉਹ ਕਾਰਵਾਈ ਸ਼ੁਰੂ ਹੋਈ। ਉਹ ਭਾਈ ਰਤਨ ਸਿੰਘ ਜੀ ਭੰਗੂ ਨੇ ਆਪਣੀ ਮਾਤਾ, ਆਪਣੇ ਨਾਨਾ ਸਰਦਾਰ ਸ਼ਾਮ ਸਿੰਘ ਜੀ ਨਾਰਲੇ ਵਾਲੇ, ਸ਼ਾਮ ਸਿੰਘ ਕਈ ਹੋਏ ਆ, ਕਈ ਸ਼ਾਮ ਸਿੰਘ ਅਟਾਰੀ ਸਮਝ ਲੈਂਦੇ ਆ, ਸ਼ਾਮ ਸਿੰਘ ਅਟਾਰੀ ਤਾਂ ਉਦੋਂ ਜੰਮੇ ਵੀ ਨਹੀਂ ਸਨ, ਇਹ ਤਾਂ ਬੜੀ ਪੁਰਾਣੀ ਗੱਲ ਹੈ। ਇਹ ਨਾਰਲਾ ਪਿੰਡ ਹੈ, ਨਾਰਲੀ ਨਾਰਲਾ, ਸੁਰ ਸਿੰਘ ਤੋਂ ਗਾਂਹ ਜਾ ਕੇ ਭਿੱਖੀ ਪਿੰਡ ਵਾਲੇ ਪਾਸੇ ਉਧਰ ਹੈ। ਉੱਥੋਂ ਦੇ ਜਥੇਦਾਰ ਸ਼ਾਮ ਸਿੰਘ ਹੋਏ ਆ ਬੁੱਢੇ ਦਲ ਦੇ, ਉਹ ਸੈਂਕੜ ਜਥੇਦਾਰ ਸਨ, ਯਾਨੀ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਵੱਡੇ ਸਨ ਤੇ ਸ਼ਾਮ ਸਿੰਘ ਜੀ ਛੋਟੇ ਸਨ। 12,000 ਫੌਜ ਉਹਨਾਂ ਦੇ ਕੋਲ ਰਹਿੰਦੀ ਸੀ। ਭਾਈ ਮਤਾਬ ਸਿੰਘ ਜੀ ਤੇ ਸੁੱਖਾ ਸਿੰਘ ਉਹਨਾਂ ਦੇ ਜਥੇ 'ਚ ਹੀ ਰਹੇ ਹੈ। ਭਾਈ ਸ਼ਾਮ ਸਿੰਘ ਜੀ ਨਾਰਲੀ ਦੀ ਬੇਟੀ ਦਾ ਅੱਗੋਂ ਪੁੱਤਰ ਹੈ ਰਤਨ ਸਿੰਘ। ਆਪਣੇ ਨਾਨੇ ਦੇ ਕੋਲੋਂ ਸੁਣ ਕੇ, ਆਪਣੀ ਮਾਂ ਕੋਲੋਂ ਸੁਣ ਕੇ, ਆਪਣੇ ਪਿਤਾ ਕੋਲੋਂ ਸੁਣ ਕੇ, ਅੱਖੀਂ ਵੇਖੀਆਂ ਘਟਨਾਵਾਂ, ਕੰਨੀ ਸੁਣੇ ਬਚਨ ਲਿਖ ਰਹੇ ਰਤਨ ਸਿੰਘ ਜੀ, ਉਹ ਆਪਾਂ ਸਰਵਣ ਕਰ ਰਹੇ ਹਾਂ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆ ਅੰਧ ਕੂਪ ਮਹਾ ਭਿਆਨ ਨਾਨਕ ਪਾਰ ਆਏ। ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ।